ਕਿ ਇਹੋ ਜਿਹਾ ਵਾਅਦਾ ਤਾਂ ਸਾਡੇ ਨਾਲ ਸਾਰੀ ਜਗ੍ਹਾ ਸਰਕਾਰ ਹੁੰਦਾ ਨੇ ਹੈ। ਜੀ, ਸਾਰੀਆਂ ਜੀ। ਜਗ੍ਹਾ ਤੇ ਇਹਦੇ 'ਚ ਕਿੰਨੀਆਂ ਨੌਕਰੀਆਂ ਹਾਂ, ਮੋਦੀ interesting ਗੱਲ ਇਹੀ ਹੈ। ਮੰਤਰੀ ਨੇ ਵੱਡੇ ਵਾਅਦੇ ਕੀਤੇ ਸੀ। ਜੇ ਆਰਜੇਡੀ ਦੇ ਪੁਰਾਣੇ ਤੁਸੀਂ ਮੈਨੀਫੈਸਟੋ ਚੱਕ ਕੇ ਦੇਖੋ ਤਾਂ ਉਹਦੇ ਨਾਲੋਂ ਇਸ ਵਾਰੀ ਦਾ ਮੈਨੀਫੈਸਟੋ ਆਊਟਰਾਈਟਲੀ ਡਿਫਰੈਂਟ ਮੈਨੀਫੈਸਟੋ ਹੈ। ਤੇ ਉਹਨੂੰ ਲੈ ਕੇ ਇਹ ਇੱਕ ਆਸ ਵੱਜਦੀ ਹੈ ਕਿ ਚੰਗਾ ਸ਼ਗਨ ਹੈ ਸਿਆਸਤ ਵਿੱਚ, ਰਵਾਇਤੀ ਸਿਆਸਤ ਨਾ ਹੋ ਕੇ। ਪਰ ਜਿਸ ਤਰ੍ਹਾਂ ਐਨਡੀਏ ਸੀਟਾਂ ਲੈ ਗਈ, ਜਿਸ ਤਰ੍ਹਾਂ ਬੀਜੇਪੀ ਨੇ ਆਪਣੀ ਚੜ੍ਹਤ ਬਣਾਈ ਹੈ, ਤੇ ਉੱਥੋਂ ਫਿਰ ਅਸੀਂ ਕੀ ਮੰਨੀਏ ਕਿ ਨਾਲੋਂ ਨਾਲ ਧਰਮ, ਜਾਤ, ਇਹੋ ਜਿਹੀ ਸਿਆਸਤ ਉਵੇਂ ਜਿਵੇਂ ਹਾਵੀ ਹੈ। ਉਹਨਾਂ ਨੇ ਇਮੀਡੀਏਟਲੀ ਕੀ ਕੀਤਾ, ਫਸਟ ਫੇਜ਼ ਆਫ ਪੋਲਿੰਗ ਤੋਂ ਬਾਅਦ ਉਸਨੂੰ ਥੋੜਾ ਜਿਹਾ ਐਡਿਟ ਉੱਪਰ ਕਰਕੇ ਲੈ ਵਧਾਤਾ। ਗਏ। ਇਸ ਤੋਂ ਸਾਰੇ ਬਾਕੀ ਸਾਥ ਦੇ ਵਿੱਚ ਵੀ ਇਦਾਂ ਹੀ ਸੀ। ਸੋ ਇਹਦੋਂ ਸਭ ਨੇ ਅੰਦਾਜ਼ਾ ਲਗਾਇਆ ਕਿ ਕਿਤੇ ਨਾ ਕਿਤੇ ਫਸਟ ਫੇਜ਼ ਆਫ ਪੋਲਿੰਗ ਨੇ ਦਿਖਾਤਾ ਕਿ ਟ੍ਰੈਂਡ ਜਿਹੜਾ ਹੈਗਾ ਉਹ ਇਨ ਦੀ ਡਾਇਰੈਕਸ਼ਨ ਆਫ ਮਹਾਗਠਬੰਧਨ ਹੈ। ਬਿਹਾਰ ਦੀ ਜਿਹੜੀ ਖੱਬੇ ਧਿਰ ਦਾ ਜਿਹੜਾ ਤਜਰਬਾ ਹੈ, ਜਿਹੜਾ ਉਹਨਾਂ ਦਾ ਹਾਸਲ ਹੈ, ਕਿ ਉਹ ਪੰਜਾਬ ਵਿੱਚ ਕੋਈ ਰੰਗ ਲਿਆਏਗਾ। ਸਾਰੇ ਸੂਬਿਆਂ ਦੇ ਜੀਐਸਟੀ ਦੇ ਰਾਹੀਂ ਅਧਿਕਾਰ ਖੋਏ, ਹੁਣ ਆ ਕਾਨੂੰਨਾਂ ਦੇ ਰਾਹੀਂ ਅਧਿਕਾਰ ਖੋਏ, ਲੇਕਿਨ ਇਸ ਵੱਧ ਅਧਿਕਾਰਾਂ ਦੇ ਸਵਾਲ ਨੂੰ ਕੁਝ ਲੋਕ ਸਿੱਖਾਂ ਦਾ ਸਵਾਲ ਬਣਾਉਣ ਦੀ ਕੋਸ਼ਿਸ਼ ਕਰਦੇ ਨੇ। ਸਤਿ ਸ਼੍ਰੀ ਅਕਾਲ ਜੀ, ਟੀਵੀ ਪੰਜਾਬ ਲਈ ਮੈਂ ਦਵਿੰਦਰ ਕੌਰ। ਬਿਹਾਰ ਚੋਣਾਂ ਤੋਂ ਮਗਰੋਂ ਉਹਦੇ ਨਤੀਜਿਆਂ ਦਾ ਵੀ ਪੁਣਛਾਣ ਹੋ ਚੁੱਕੀ ਹੈ, ਬਹੁਤ ਜ਼ਿਆਦਾ ਇਸ 'ਤੇ ਗੱਲਬਾਤ ਹੋ ਚੁੱਕੀ ਹੈ ਤੇ ਹਾਲੇ ਚੱਲ ਵੀ ਰਹੀ ਹੈ। ਇਹਨਾਂ ਨਤੀਜਿਆਂ ਤੋਂ ਬਹੁਤ ਕੁਝ ਸਾਹਮਣੇ ਆਇਆ ਹੈ, ਕਈ ਕੁਝ ਸੂਖਮ ਹੈ ਤੇ ਕਈ ਕੁਝ ਮੋਟੇ ਠੁੱਲੇ ਰੂਪ ਵਿੱਚ ਸਾਹਮਣੇ ਆਇਆ ਹੈ। ਪੈਰਲਲ ਸਿਆਸਤ ਦੇ ਨਾਲ ਰਵਾਇਤੀ ਸਿਆਸਤ ਵੀ ਚੱਲੀ ਇਹਨਾਂ ਚੋਣਾਂ ਵਿੱਚ, ਤੇ ਇਸ ਦੇ ਵਿੱਚੋਂ ਹੋਰ ਕੀ ਨਿਖੜ ਕੇ ਸਾਹਮਣੇ ਆ ਰਿਹਾ ਹੈ, ਆਪਾਂ ਗੱਲਬਾਤ ਕਰਦੇ ਹਾਂ। ਐਕਟਿਵਿਸਟ ਨੇ ਕਮਲਜੀਤ ਹੋਰੀ। ਕਮਲਜੀਤ ਜੀ, ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਬਹੁਤ ਸਤਿ ਸ਼੍ਰੀ ਅਕਾਲ। ਕਮਲਜੀਤ ਜੀ, ਅਸੀਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਨੀ ਚਾਹੁੰਦੇ ਹਾਂ ਜਾਂ ਜਾਣਨਾ ਚਾਹੁੰਦੇ ਹਾਂ ਤੁਹਾਡੇ ਤੋਂ ਕਿ ਬਿਹਾਰ ਚੋਣਾਂ ਵਿੱਚ ਐਨਡੀਏ ਬੇਸ਼ੱਕ ਮੋਹਰੀ ਧਿਰ ਵਜੋਂ ਸਾਹਮਣੇ ਆਇਆ ਹੈ, ਪਰ ਸ਼ੁਰੂਆਤ ਵਿੱਚ ਮਹਾਗਠਬੰਧਨ ਦੀ ਲੀਡ ਚੱਲ ਰਹੀ ਸੀ, ਅਤੇ ਇਹਨਾਂ ਟ੍ਰੈਂਡਸ ਤੋਂ ਇਲਾਵਾ ਇੱਕ ਤੇਜਸਵੀ ਦਾ ਚਿਹਰਾ ਸਪਸ਼ਟ ਰੂਪ ਵਿੱਚ ਸਾਹਮਣੇ ਆਇਆ, ਇੱਕ ਸਮਰੱਥ ਨੌਜਵਾਨ ਆਗੂ ਵਜੋਂ, ਤੇ ਇੱਕ ਕੁਝ ਧਿਰਾਂ ਨੇ ਜਿੱਥੇ ਕੁਝ ਤਰ੍ਹਾਂ ਦੀ ਹਾਰ ਹੋਈ ਹੈ, ਬਹੁਤ ਬੁਰੀ ਤਰ੍ਹਾਂ, ਭਾਵੇਂ ਉਹ ਸੀਟਾਂ ਲੈ ਗਏ ਹੁਣ, ਪਰ ਇੱਕ ਤਰ੍ਹਾਂ ਦੀ ਹਾਰ ਹੈ। ਤੇ ਕੁਝ ਧਿਰਾਂ ਨੇ ਬਹੁਤ ਕੁਝ ਹਾਸਲ ਕੀਤਾ, ਜਿਨ੍ਹਾਂ ਵਿੱਚੋਂ ਖੱਬੀ ਧਿਰ ਖਾਸ ਤੌਰ ਤੇ ਇਹਨਾਂ ਸਾਰੀਆਂ ਗੱਲਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹਦੇ 'ਚ ਮੈਨੂੰ ਇਹ ਲੱਗਦਾ ਕਿ ਇੱਕ ਤਾਂ ਜਿਹੜੀ ਟ੍ਰੈਂਡਸ ਦੀ ਗੱਲ ਹੈ, ਠੀਕ ਹੈ, ਕਿ ਮਹਾਗਠਬੰਧਨ ਦੋ ਵੱਡੇ ਬਲਾਕਸ ਨੇ ਜੀ, ਤੇ ਉਹਦੇ ਵਿੱਚ ਉਹਨਾਂ ਦੀ ਆਪਦੀ ਕੰਪੋਜੀਸ਼ਨ ਹੈ ਦੋਨਾਂ ਦੀ। ਤੇ ਜੇ ਕਹੀਏ ਖੱਬੀ ਧਿਰ ਜਿਹੜੀ ਹੈ ਉਹ ਮਹਾਗਠਬੰਧਨ ਦਾ ਪਾਰਟ ਹੈ, ਦੂਜੇ ਪਾਸੇ ਐਨਡੀਏ ਹੈ। ਤੇ ਜਿਹੜਾ ਇਹਨਾਂ ਦਾ ਆਪਸੀ ਕੰਪੀਟੀਸ਼ਨ ਸੀ ਸ਼ੁਰੂਆਤ ਦੇ ਵਿੱਚ, ਉਹਦੇ 'ਚ ਇੱਕ ਪਾਸੇ ਹਲੇ ਕਲੇਮ ਤੇ ਕਾਊਂਟਰ ਕਲੇਮ ਜਾਰੀ ਨੇ। ਕਾਊਂਟਰ ਕਲੇਮ ਇਹ ਹੈਗਾ ਕਿ ਜਿਹੜਾ ਐਗਜ਼ਿਸਟਿੰਗ ਫਿਗਰ ਦਿਖਾਈ ਜਾ ਰਹੀ ਹੈ ਉਹਦੇ ਵਿੱਚ ਗੜਬੜ ਹੈ। ਇਹ ਹਲੇ ਕਾਊਂਟਰ ਕਲੇਮ ਹੈ ਜਿਹਨੂੰ ਹਲੇ ਵੀ ਕੰਟੈਸਟ ਕਰ ਰਹੇ ਨੇ। ਗੜਬੜ ਲੱਗਦੀ ਵੀ ਹੈ ਕਿਉਂਕਿ ਬਹੁਤ ਹੀ ਘੱਟ ਜਿਹੜੇ ਮਾਰਜਨਸ ਦੀਆਂ ਸੀਟ ਸੀ ਉਹਨਾਂ ਦੇ ਉੱਤੇ ਪਹਿਲਾਂ ਡਿਕਲੇਅਰ ਕਰ ਦਿੱਤਾ ਗਿਆ, ਫਿਰ ਅਚਾਨਕ ਉਸ ਨੂੰ ਪਲਟ ਕੇ ਜਿਸ ਤਰ੍ਹਾਂ ਡਾਕ ਰਾਹੀਂ ਆਈਆਂ ਵੋਟਾਂ ਤੇ ਵਿਵਾਦ ਛਿੜਿਆ ਹੋਇਆ। ਲੇਕਿਨ ਇਹ ਜ਼ਰੂਰ ਜਿਹੜੀ ਮੈਨੂੰ ਲੱਗਦਾ ਦੇਖਣ ਵਾਲੀ ਗੱਲ ਹੈ, ਜਿਹਦੇ ਤੇ ਚਰਚਾ ਹੋਣੀ ਚਾਹੀਦੀ ਹੈ, ਕਿ ਬਿਹਾਰ ਦੀ ਇਹ ਬੜੀ ਰੇਅਰ ਕਿਸਮ ਦੀ ਚੋਣ ਸੀ। ਜਿਵੇਂ ਨਾਰਮਲ ਜਿਹੜੀ ਆਰਡੀਨਰੀ ਚੋਣ ਜਿਹੜੀ ਬਿਹਾਰ ਦੀ ਹੁੰਦੀ ਹੈ, ਉਹਦੇ ਤੇ ਆਪਾਂ ਆਮ ਤੌਰ ਤੇ ਸਾਰੇ ਦੇਸ਼ 'ਚ ਬੈਠ ਕੇ, ਖਾਸ ਕਰਕੇ ਪੰਜਾਬੀ ਦੇ ਚੈਨਲ ਤੇ ਚਰਚਾ ਨਹੀਂ ਹੁੰਦੀ। ਜੇ ਅੱਜ ਹੋ ਰਹੀ ਹੈ ਤਾਂ ਉਹਦੀ ਵਜ੍ਹਾ ਇਹ ਆ ਕਿ ਇਸ ਚੋਣ ਦੇ ਵਿੱਚ ਅਸੀਂ ਦੇਖਦੇ ਹਾਂ ਕਾਸਟ ਵਾਲਾ ਜਿਹੜਾ ਮਾਮਲਾ ਸੀਗਾ, ਜੋ ਟਿਪੀਕਲ ਹੈ ਬਿਹਾਰ ਦਾ, ਉਸ ਕਿਸਮ ਦੀ ਪੋਲਿਟਿਕਸ ਜਾਂ ਕਹਿ ਲਈਏ ਸੋਸ਼ਲ ਜਸਟਿਸ ਦੀ ਜਿਹੜੀ ਪੂਰੀ ਥਿਓਰਾਈਜੇਸ਼ਨ ਸੀ, ਉਹਦੀ ਜਗ੍ਹਾ ਕਿਤੇ ਨਾ ਕਿਤੇ ਇੰਪਲੋਇਮੈਂਟ ਦਾ ਕੁਐਸਚਨ, ਜਿਹਦਾ ਚਿਹਰਾ ਬੇਸਿਕਲੀ ਤੇਜਸਵੀ ਬਣਿਆ। ਜੇ ਤੇਜਸਵੀ ਇੰਨਾ ਵਧੀਆ ਚਿਹਰਾ ਲੱਗ ਰਿਹਾ ਸਾਨੂੰ, ਸਿਹਤ ਤੇ ਸਿੱਖਿਆ ਦਾ ਸਵਾਲ, ਸਿੱਖਿਆ ਦਾ ਸਵਾਲ। ਤੇ ਉਸ ਤੋਂ ਵੀ ਜ਼ਿਆਦਾ ਜਿਹੜੀ ਮੈਨੂੰ ਇੰਟਰਸਟਿੰਗ ਗੱਲ ਲੱਗੀ ਉਹ ਹੈ ਕਿ ਕਿਤੇ ਨਾ ਕਿਤੇ ਇਮੈਜਿਨ ਕਰੀਏ ਆਪਾਂ ਕਿ ਅਸੀਂ ਦਿੱਲੀ ਦੀ ਆਮ ਆਦਮੀ ਦੀ ਚੋਣ ਤੋਂ ਇੰਨੇ ਉਤਸ਼ਾਹਿਤ ਕਿਉਂ ਹੋਏ ਸੀ, ਕਿਉਂਕਿ ਅਸੀਂ ਕਿਹਾ ਜੋ ਅੰਦੋਲਨ 'ਚ ਚੱਲ ਰਿਹਾ ਉਹ ਕਿਤੇ ਨਾ ਕਿਤੇ ਰਾਜਨੀਤੀ 'ਚ ਆਇਆ। ਤੇ ਇੱਕ ਹੱਦ ਤੱਕ ਮਹਾਗਠਬੰਧਨ ਦਾ ਜੇ ਤੁਸੀਂ ਆਧਾਰ ਪੱਤਰ ਪੜ੍ਹੋ ਤਾਂ ਉਹ ਆਧਾਰ ਪੱਤਰ ਵੀ ਇਹੀ ਰਿਪਰੈਜ਼ੈਂਟ ਕਰਦਾ ਕਿ ਤਮਾਮ ਅੰਦੋਲਨ ਜਿਹੜੇ ਬਿਹਾਰ 'ਚ ਚੱਲ ਰਹੇ ਸੀ, ਠੀਕ ਇਸ ਤੋਂ ਪਹਿਲਾਂ ਮਾਈਗ੍ਰੈਂਟ ਦਾ ਕ੍ਰਾਈਸਿਸ ਸੀ, ਤਾਂ ਇਹਨਾਂ ਨੇ ਉੱਥੇ ਇੱਕ ਮਾਈਗ੍ਰੈਂਟਸ ਵਾਸਤੇ ਇੱਕ ਬੋਰਡ ਬਣਾਉਣ ਦਾ ਆਪਣੇ ਉਹਦੇ ਵਿੱਚ ਵਾਅਦਾ ਕੀਤਾ ਹੈ, ਜਿਹੜਾ ਹਰ ਕਿਸਮ ਦੀ ਮਾਈਗ੍ਰੈਂਟ ਵਰਕਰਸ ਨੂੰ ਹਮੇਸ਼ਾ ਵਾਸਤੇ ਹੈਲਪ ਕਰੇਗੀ ਗਵਰਨਮੈਂਟ। ਉਹਦੇ ਵਾਸਤੇ ਇੱਕ ਪੁਆਇੰਟ ਦਿੱਤਾ। ਐਜੂਕੇਸ਼ਨ ਦਾ ਤੇ ਹੈਲਥ, ਇਹਦਾ ਇੰਪਲੋਇਮੈਂਟ ਦਾ ਮਾਮਲਾ ਸੀ, ਤਾਂ ਇਹਨਾਂ ਨੇ ਸਭ ਤੋਂ ਪਹਿਲਾਂ ਕਿਹਾ ਕਿ ਜਿਹੜੀਆਂ ਸਰਕਾਰੀ ਨੌਕਰੀਆਂ ਦੀ ਭਰਤੀ ਰੁਕੀ ਪਈ ਆ ਉਹਨੂੰ ਅਸੀਂ ਚਾਲੂ ਕਰ ਦਾਂਗੇ। 10 ਲੱਖ ਪੱਕੀ ਸਰਕਾਰੀ ਨੌਕਰੀ ਦਾ ਇਹਨਾਂ ਨੇ ਵਾਅਦਾ ਕੀਤਾ। ਇਹ ਬਹੁਤ ਵੱਡਾ ਵਾਅਦਾ ਹੈ, ਬਹੁਤ ਵੱਡਾ ਵਾਅਦਾ ਹੈ। ਹਾਲਾਂਕਿ ਉਹ ਕੁਐਸਚਨਸ ਹੋ ਸਕਦੇ ਨੇ ਕਿਵੇਂ ਦੇਣਗੇ, ਪਰ ਇੱਕ ਵਿੱਚ ਮੈਂ ਟੋਕਣਾ ਚਾਹੁੰਦੀ ਹਾਂ ਕਿ ਇਹੋ ਜਿਹਾ ਵਾਅਦਾ ਤਾਂ ਸਾਡੇ ਨਾਲ ਸਾਰੀ ਜਗ੍ਹਾ ਹੁੰਦਾ ਹੈ। ਸਾਰੀਆਂ ਜਗ੍ਹਾ ਤੇ ਇਹਦੇ 'ਚ ਮੋਦੀ ਇੰਟਰਸਟਿੰਗ ਗੱਲ ਇਹੀ ਹੈ, ਮੰਤਰੀ ਨੇ ਵੱਡੇ ਵਾਅਦੇ ਕੀਤੇ ਸੀ। ਜੀ, ਇੱਥੇ ਆਂਦੀ ਹੈ ਲੈਫਟ ਦੀ ਗੱਲ
ਕਿ ਇਸ ਗਠਬੰਧਨ ਦੇ ਵਿੱਚ ਇਹ ਪੂਰਾ, ਜੇ ਤੁਸੀਂ ਦੇਖੋ ਇਹਨਾਂ ਦੇ ਪੁਰਾਣੇ ਜਿਹੜੇ ਆਰਜੇਡੀ ਤੋਂ ਪਹਿਲਾਂ ਤੋਂ ਚੋਣ ਲੜਦੀ ਆ ਰਹੀ ਹੈ, ਜੇ ਆਰਜੇਡੀ ਦੇ ਪੁਰਾਣੇ ਤੁਸੀਂ ਮੈਨੀਫੈਸਟੋ ਚੱਕ ਕੇ ਦੇਖੋ ਤਾਂ ਉਹਦੇ ਨਾਲੋਂ ਇਸ ਵਾਰੀ ਦਾ ਮੈਨੀਫੈਸਟੋ ਆਊਟਰਾਈਟਲੀ ਡਿਫਰੈਂਟ ਮੈਨੀਫੈਸਟੋ ਹੈ। ਤੁਹਾਨੂੰ ਇਦਾਂ ਲੱਗੇਗਾ ਜਿਵੇਂ ਤੁਸੀਂ ਕਿਸੇ ਲੈਫਟ ਪਾਰਟੀ ਦਾ ਪੋਸਟਰ ਪੜ੍ਹ ਰਹੇ ਹੋਵੋ, ਇਦਾਂ ਦਾ ਉਹ ਮੈਨੀਫੈਸਟੋ ਹੈ। ਉਹਦੇ 'ਚ ਸਾਰੇ ਏਜੰਡਾਜ਼ ਉਹ ਨੇ, ਜਿਵੇਂ ਆਂਗਨਵਾੜੀ ਵਰਕਰਸ ਦੇ ਵਾਸਤੇ ਜਾਂ ਸਕੀਮ ਵਰਕਰਸ ਵਾਸਤੇ ਅਲੱਗ ਤੋਂ ਗੱਲ ਕਰਨੀ ਕਦੀ ਨਹੀਂ ਹੁੰਦੀ, ਕਿਸੇ ਪੋਲੀਟੀਕਲ ਪਾਰਟੀ ਦੇ ਪ੍ਰੋਗਰਾਮ 'ਚ ਨਹੀਂ ਆਉਂਦਾ। ਫਿਰ ਇਹ ਗੱਲ ਸੈਕੰਡ ਏਜੰਡਾ, ਵੈਰੀ ਸੈਕੰਡ ਏਜੰਡਾ ਜਿਹੜਾ ਹੈਗਾ ਇਸ ਦਾ, ਉਹ ਕਹਿੰਦਾ ਕਿ ਜਿਹੜੇ ਟੈਸਟ ਭਰੇ ਜਾਂਦੇ ਨੇ ਨੌਕਰੀਆਂ ਵਾਸਤੇ ਉਹਨਾਂ ਦੀ ਕੋਈ ਫੀਸ ਨਹੀਂ ਲੱਗੇਗੀ ਤੇ ਇਨਸ਼ੋਰ ਕਰੇਗੀ ਬਿਹਾਰ ਗਵਰਨਮੈਂਟ ਵੀ ਉੱਥੇ ਤੱਕ ਪਹੁੰਚੇ। ਸੋ ਇਹ ਹੁਣ ਇੰਨੇ ਸਪੈਸੀਫਿਕ ਚੀਜ਼ਾਂ ਨੇ ਕਿ ਜੇ ਸਰਕਾਰ ਮੰਨ ਲਓ ਇਹਨਾਂ ਦੀ ਬਣ ਜਾਂਦੀ ਤੇ ਇਹ ਐਸਾ ਨਾ ਕਰਦੇ ਤਾਂ ਇੱਕ ਪਾਸੇ ਤਾਂ ਲੈਫਟ ਦੀ ਹੋਂਦ ਇਸ ਗੱਲ ਦੇ ਉੱਤੇ ਪ੍ਰੈਸ਼ਰ ਕ੍ਰੀਏਟ ਕਰਦੀ ਹੀ ਕਰਦੀ, ਦੂਜੀ ਪਾਸੇ ਜਨਤਾ ਦਾ ਪ੍ਰੈਸ਼ਰ ਥਰੂ ਲੈਫਟ ਸਰਕਾਰ ਦੇ ਉੱਤੇ ਰਹਿਣਾ ਸੀਗਾ ਕਿ ਇਹ ਤਾਂ ਸਪੈਸੀਫਿਕ ਪੁਆਇੰਟ ਹੈ ਨਾ, ਤੁਸੀਂ ਕਿਹਾ ਸੀ ਨੌਕਰੀਆਂ ਨਿਕਲਣਗੀਆਂ, ਫਾਰਮ ਦੀ ਫੀਸ ਨਹੀਂ ਹੋਏਗੀ, ਕਿਵੇਂ ਲਗਾ ਦੋਗੇ ਫੀਸ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਸ ਚੋਣ ਦੇ ਇਸ ਪੂਰੇ ਮੈਨੀਫੈਸਟੋ ਨੂੰ, ਇਹਨਾਂ ਦੇ ਪੂਰੇ ਨੈਰੇਟਿਵ ਨੂੰ ਇੱਕ ਯੂਨੀਕ ਨੈਰੇਟਿਵ ਬਣਾਉਂਦੀਆਂ ਨੇ। ਸੋ ਇਸੇ ਕਰਕੇ ਮੈਨੂੰ ਲੱਗਦਾ ਤੇਜਸਵੀ ਦਾ ਚਿਹਰਾ ਵੀ ਇਹ ਸਾਰੇ ਨੈਰੇਟਿਵਸ ਦੀ ਇੱਕ ਰਿਪਰੈਜ਼ੈਂਟੇਟਿਵ ਚਿਹਰਾ, ਕਿ ਇੱਕ 32 ਸਾਲ ਦਾ ਨੌਜਵਾਨ ਜਿਹਦਾ ਬਰਥਡੇ ਜਿਹੜਾ ਹੈ ਉਸੇ ਦੌਰਾਨ ਆਉਂਦਾ ਹੈ, ਉਹ ਇਹ ਜਿਹੜਾ ਹੈਗਾ ਲੋਕਾਂ ਦੇ ਵਿੱਚ ਇਸ ਕਰਕੇ ਇਸ ਦੀ ਇੱਕ ਕਨਫਰਮਿਟੀ ਉਹ ਜਨਰੇਟ ਕੀਤੀ ਉਸਨੇ। ਬੇਸ਼ੱਕ ਸੋਸ਼ਲ ਮੀਡੀਆ ਤੇ ਤੇਜਸਵੀ ਤੇ ਇਹ ਵੀ ਸਵਾਲ ਉੱਠ ਰਹੇ ਨੇ ਕਿ ਉਹਨੇ ਕਾਂਗਰਸ ਲਈ ਇੰਨੀਆਂ ਸੀਟਾਂ ਕਿਉਂ ਛੱਡੀਆਂ। ਚਲੋ ਇਹ ਇੱਕ ਵੱਖਰੀ ਗੱਲ ਹੈ, ਇਹ ਕਿਹਾ ਜਾ ਰਿਹਾ ਕਿ ਉਹ ਫਲਾਣੀ ਪਾਰਟੀ ਨੂੰ ਜਾਂ ਓਵਾਈਸੀ ਨੂੰ ਨਾਲ ਜੋੜ ਕੇ ਤੁਰਦਾ, ਤੇ ਨਾਲ ਹੀ ਕਿਤੇ ਕਿਤੇ ਇਹ ਗੱਲ ਵੀ ਉੱਠ ਰਹੀ ਹੈ ਕਿ ਓਵਾਈਸੀ ਤੇ ਚਿਰਾਗ ਪਾਸਵਾਨ ਤਾਂ ਐਨਡੀਏ ਵੱਲੋਂ ਬੈਕਡੋਰ ਉਹਨਾਂ ਨੂੰ ਸਪੋਰਟ ਸੀ ਤਾਂ ਕਿ ਉਹ ਵੋਟਾਂ ਤੋੜ ਸਕਣ ਦੂਜੀਆਂ ਧਿਰਾਂ ਦੀਆਂ ਤੇ ਬੀਜੇਪੀ ਅਗਵਾਈ ਲੈ ਸਕੇ। ਤੇ ਤੇਜਸਵੀ ਨੇ ਜਿਸ ਤਰ੍ਹਾਂ ਸਿਹਤ, ਰੁਜ਼ਗਾਰ ਤੇ ਸਿੱਖਿਆ ਦਾ ਮੁੱਦਾ ਲੈ ਕੇ ਚੱਲਿਆ, ਉਹ ਉੱਥੋਂ ਆਸ ਵੀ ਵੱਜੀ ਆ, ਜਾਂ ਜਿਵੇਂ ਉਹਦੀ ਜਿਹੜੀ ਇਸ ਵੇਲੇ ਵੀ ਸਾਰੇ ਗਿਲਿਆਂ ਦੇ ਬਾਵਜੂਦ ਉਹਦਾ ਹਾਸਲ ਹੈ ਜੋ ਅੱਜ ਉਸ ਵੇਲੇ ਜਿਹੜੀ ਉਹਦੀ ਪੋਜੀਸ਼ਨ ਹੈ, ਤੇ ਉਹਨੂੰ ਲੈ ਕੇ ਇਹ ਇੱਕ ਆਸ ਵੱਜਦੀ ਹੈ ਕਿ ਚੰਗਾ ਸ਼ਗਨ ਹੈ ਸਿਆਸਤ ਵਿੱਚ, ਰਵਾਇਤੀ ਸਿਆਸਤ ਨਾ ਹੋ ਕੇ। ਪਰ ਜਿਸ ਤਰ੍ਹਾਂ ਐਨਡੀਏ ਸੀਟਾਂ ਲੈ ਗਈ, ਜਿਸ ਤਰ੍ਹਾਂ ਬੀਜੇਪੀ ਨੇ ਆਪਣੀ ਚੜ੍ਹਤ ਬਣਾਈ ਹੈ, ਤੇ ਉੱਥੋਂ ਫਿਰ ਅਸੀਂ ਕੀ ਮੰਨੀਏ ਕਿ ਨਾਲੋਂ ਨਾਲ ਧਰਮ, ਜਾਤ, ਇਹੋ ਜਿਹੀ ਸਿਆਸਤ ਉਵੇਂ ਜਿਵੇਂ ਹਾਵੀ ਹੈ। ਹਾਂ, ਇਹਦੇ 'ਚ ਦੇਖਣ ਵਾਲੀ ਚੀਜ਼ ਇਹ ਹੈ ਕਿ ਇਸ ਵਾਰੀ ਦੇ ਪੂਰੇ ਪੋਲ ਦੇ ਜੇ ਤੁਸੀਂ ਸੀਨ ਨੂੰ ਅਲੱਗ-ਅਲੱਗ ਪਾਰਟਸ 'ਚ ਵੰਡ ਕੇ ਦੇਖੋ ਤਾਂ ਜਿਹੜੀ ਫਸਟ ਫੇਜ਼ ਆਫ ਪੋਲਿੰਗ ਹੈ ਉਹਦੇ 'ਚ ਜਿਹੜੀਆਂ ਸੀਟਾਂ ਨੇ ਉੱਥੇ ਮਹਾਗਠਬੰਧਨ ਜਿੱਤ ਰਿਹਾ ਹੈ। ਜਿਵੇਂ ਹੀ ਇਹ ਗੱਲ ਦਾ ਸੀ ਵੋਟਰ, ਹੋਰ ਕਈ ਸਾਰੇ ਸਰਵੇਜ਼ ਦੇ ਵਿੱਚ ਇਹ ਗੱਲ ਆ ਗਈ, ਜਿਵੇਂ ਸਾਡਾ ਉਹਨਾਂ ਨੇ ਪਹਿਲਾਂ ਉਹ ਦੇ ਰਹੇ ਸੀਗੇ ਲੈਫਟ ਨੂੰ ਥੋੜ੍ਹੀਆਂ ਜਿਹੀਆਂ ਸੀਟਾਂ ਦੇ ਰਹੇ ਸੀ, 10-12 ਸੀਟਾਂ ਦੇ ਰਹੇ ਸੀਗੇ, ਉਹਨਾਂ ਨੇ ਇਮੀਡੀਏਟਲੀ ਕੀ ਕੀਤਾ, ਫਸਟ ਫੇਜ਼ ਆਫ ਪੋਲਿੰਗ ਤੋਂ ਬਾਅਦ ਉਸਨੂੰ ਥੋੜ੍ਹਾ ਜਿਹਾ ਐਡਿਟ ਕਰਕੇ ਵਧਾਤਾ। ਇਸ ਤੋਂ ਸਾਰੇ ਬਾਕੀ ਸਾਥ ਦੇ ਵਿੱਚ ਵੀ ਇਦਾਂ ਹੀ ਸੀ। ਸੋ ਇਹਦੋਂ ਸਭ ਨੇ ਅੰਦਾਜ਼ਾ ਲਗਾਇਆ ਕਿ ਕਿਤੇ ਨਾ ਕਿਤੇ ਫਸਟ ਫੇਜ਼ ਆਫ ਪੋਲਿੰਗ ਨੇ ਦਿਖਾਤਾ ਕਿ ਟ੍ਰੈਂਡ ਜਿਹੜਾ ਹੈਗਾ ਉਹ ਇਨ ਦੀ ਡਾਇਰੈਕਸ਼ਨ ਆਫ ਮਹਾਗਠਬੰਧਨ ਹੈ। ਸੋ ਇਸ ਗੱਲ ਨੂੰ ਭਾਂਪਦੇ ਹੋਏ ਬੀਜੇਪੀ ਨੇ ਜਿਹੜਾ ਵੈਰੀ ਸੈਕੰਡ ਫੇਜ਼ ਸੀ ਚੋਣ ਦਾ, ਉਹਦੇ 'ਚ ਜਿਹੜੀ ਰੈਲੀ ਕੀਤੀ ਉਹਨਾਂ ਨੇ, ਜਿੰਨੀਆਂ ਵੀ ਰੈਲੀ ਸੰਬੋਧਨ ਕੀਤੀਆਂ, ਯੋਗੀ ਨੂੰ ਉੱਥੇ ਲੈ ਕੇ ਗਏ, ਮੋਦੀ ਨੇ ਖੁਦ ਉੱਥੇ ਜੋ ਬੋਲਿਆ, ਉਹ ਸਾਰੇ ਦਾ ਸਾਰਾ ਇਸ ਦਿਸ਼ਾ 'ਚ ਸੀ ਕਿ ਧਾਰਾ 370 ਤੋਂ ਪਿੱਛੇ ਨਹੀਂ ਹਟਾਂਗਾ, ਰਾਮ ਮੰਦਿਰ ਅਸੀਂ ਬਣਾ ਦਿੱਤਾ। ਯਾਨੀ ਉਹ ਜਿਹੜੀ ਬਿਹਾਰ ਦਾ ਮਾਈਗ੍ਰੈਂਟ ਕ੍ਰਾਈਸਿਸ ਦੇ ਉੱਤੇ ਉਹਨਾਂ ਨੇ ਰਿਸਪੌਂਡ ਕਰਨਾ ਸੀ, ਉਹਨਾਂ ਨੇ ਬਿਲਕੁਲ ਬੰਦ ਕਰਤਾ, ਬਲਕਿ ਆਪਣੀ ਰੈਲੀਜ਼ ਦੇ ਵਿੱਚ ਉਸ ਨੂੰ ਗਾਇਬ ਕਰਤਾ, ਏਜੰਡਾ ਨੂੰ ਹੀ ਗਾਇਬ ਕੀਤਾ। ਤੇ ਉਹਦੀ ਜਗ੍ਹਾ ਜਿਹੜਾ ਕਮਿਊਨਲ ਹੇਟਰੇਡ ਹੈ, ਵਿਸ਼ੀਅਸ, ਪੂਰਾ ਵਿਸ਼ੀਫਾਈਡ ਮਤਲਬ ਹੈ, ਸਮਝੋ ਤੁਸੀਂ ਹੇਟ ਦੀ ਹਾਈ ਵੋਲਟੇਜ ਕੈਂਪੇਨ ਜਿਹੜੀ ਹੈ ਉਹ ਇਮੀਡੀਏਟਲੀ ਚੱਲੀ। ਔਰ ਸੀਮਾਂਚਲ ਥਰਡ ਫੇਜ਼ 'ਚ ਸੀ। ਸੀਮਾਂਚਲ ਦੀ ਜਦੋਂ ਪ੍ਰੋਪੇਗੈਂਡਾ ਆਪਣੀ ਦੇਖਦੇ ਆ, ਉੱਥੇ ਉਹਨਾਂ ਨੂੰ ਬੂਨ ਕਿਵੇਂ ਲੋਕੀ ਓਵੈਸੀ ਨੂੰ ਕਿਉਂ ਕਹਿ ਰਹੇ, ਮੈਂ ਨਹੀਂ ਕਹਿ ਰਿਹਾ ਓਵੈਸੀ ਨੇ ਕੋਈ ਜਾਣਬੁੱਝ ਕੇ ਇਹ ਮਦਦ ਕਰਤੀ ਜਾਂ ਕੁਝ ਕਰਤਾ, ਲੇਕਿਨ ਇਹ ਜ਼ਰੂਰ ਹੋਇਆ ਕਿ ਓਵੈਸੀ ਉਹਨਾਂ ਨੂੰ ਇੱਕ ਫਿਗਰ ਦੇ ਤੌਰ ਤੇ ਦਿਖਿਆ ਕਿ ਇਹਨੂੰ ਦਿਖਾ ਕੇ ਹਿੰਦੂ ਪੋਲਰਾਈਜੇਸ਼ਨ ਕੀਤੀ ਜਾ ਸਕਦੀ ਹੈ। ਸੋ ਇਹ ਇਸ ਤਰ੍ਹਾਂ ਉਹਨਾਂ ਨੇ ਇਸ ਨੂੰ ਯੂਜ਼ ਕੀਤਾ। ਸੋ ਇਸ ਲਿਹਾਜ਼ ਦੇ ਵਿੱਚ ਉਹਨਾਂ ਨੇ ਇਸ ਦੀ ਮਦਦ ਲਿੱਤੀ। ਹਾਲਾਂਕਿ ਓਵੈਸੀ ਨੇ ਜਦ 5 ਸੀਟਾਂ ਲਿੱਤੀਆਂ ਨੇ ਤਾਂ ਲਿੱਤੀਆਂ ਉਸਨੇ ਆਪਦੀਆਂ ਹੀ ਨੇ, ਤਾਂ ਇਹ ਤਾਂ ਲਾਜ਼ਮੀ ਹੈ। ਲੇਕਿਨ ਇਹਦੇ ਨਾਲ ਜ਼ਰੂਰ ਡੈਂਟ ਪਿਆ, ਲੇਕਿਨ ਉਹਦੇ ਨਾਲ ਡੈਂਟ ਵੀ ਕਿਸ ਤਰ੍ਹਾਂ ਪਿਆ, ਇਸ ਰੂਪ 'ਚ ਪਿਆ ਕਿ ਬੀਜੇਪੀ ਨੇ ਓਵੈਸੀ ਨੂੰ ਦਿਖਾ ਕੇ ਡੈਮੋਨਾਈਜ਼ ਕੀਤਾ। ਤੇ ਇੱਥੇ ਸਾਨੂੰ ਡਿਫੈਂਸਿਵ ਨਹੀਂ ਹੋਣਾ ਚਾਹੀਦਾ। ਬੀਜੇਪੀ ਸਿਰਫ ਓਵੈਸੀ ਨੂੰ ਨਹੀਂ, ਲੇਕਿਨ ਉਹ ਹਰ ਮੁਸਲਿਮ ਨੂੰ ਇਸਲਾਮੋਫੋਬੀਆ ਦਾ ਸ਼ਿਕਾਰ ਬਣਾਉਂਦੇ ਨੇ। ਸੋ ਇਸ ਗੱਲ ਨੂੰ ਵੀ ਸਾਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ। ਸੋ ਕੁੱਲ ਮਿਲਾ ਕੇ ਸਾਨੂੰ ਇਸ ਦੀ ਜਿਹੜਾ ਖਮਿਆਜ਼ਾ ਹੈ, ਜਿਹੜਾ ਇਹ ਮਹਾਗਠਬੰਧਨ ਦੀ ਹਾਰ ਦਾ ਠੀਕਰਾ, ਉਹ ਓਵੈਸੀ ਦੇ ਸਿਰ ਭੰਨਣਾ ਮੈਨੂੰ ਲੱਗਦਾ ਠੀਕ ਨਹੀਂ ਹੈ। ਉਹ ਤਾਂ ਬੀਜੇਪੀ ਦੀ ਹਾਈ ਵੋਲਟੇਜ ਹਿਟਰੇਡ ਦਾ ਜਿਹੜਾ ਪ੍ਰਚਾਰ ਸੀਗਾ ਉਸੇ ਦੇ ਉੱਤੇ ਹੀ ਟਿਕਣਾ ਰੱਖਣਾ ਪਏਗਾ। ਨਹੀਂ, ਇਹ ਮੈਂ ਇਹ ਖਮਿਆਜ਼ਾ ਓਵੈਸੀ ਦੇ ਇਹਦਾ ਠੀਕਰਾ ਨਹੀਂ ਭੰਨ ਰਹੀ ਓਵੈਸੀ ਹੋਰਾਂ ਦੇ ਸਿਰ, ਜਾਂ ਲੇਕਿਨ ਇਹ ਸਵਾਲ ਆਇਆ ਪਰ ਨਹੀਂ, ਪਰ ਮੈਂ ਸਿਰਫ ਇਹ ਕਹਿ ਰਹੀ ਹਾਂ, ਉਹ ਤਾਂ ਆਪਾਂ ਨੂੰ ਸਪਸ਼ਟ ਹੈ ਕਿ ਉਹਨਾਂ ਨੇ ਰਾਮ ਮੰਦਿਰ ਦਾ ਮੁੱਦਾ ਲੈ ਕੇ, ਜਾਤ ਦੀ ਹੈ ਨਾ, ਜਿਸ ਤਰ੍ਹਾਂ ਦੀ ਸ਼ਦੀਦ ਉਹਨਾਂ 'ਚ ਨਫ਼ਰਤ ਜਿਹੜੀ ਆਲਰੇਡੀ ਥੋੜੀ ਮੋਟੀ ਕਿਤੇ ਐਗਜ਼ਿਸਟ ਕਰਦੀ ਹੁੰਦੀ ਹੈ ਤੇ ਉਹ ਤਿੱਖੀ ਹੋ ਜਾਂਦੀ ਹੈ, ਉਹਨੂੰ ਇਹ ਵਧਾ ਕੇ ਇਸ ਤਰ੍ਹਾਂ ਕੀਤਾ। ਮੇਰਾ ਮੰਨਣਾ ਇਹ ਹੈ ਕਿ ਇਹ ਓਵੈਸੀ ਨੂੰ ਅਸੀਂ ਇਕੱਲੇ ਨੂੰ ਨਹੀਂ ਜ਼ਿੰਮੇਵਾਰ ਨਹੀਂ ਕਹਿ ਸਕਦੇ, ਪਰ ਕਾਂਗਰਸ ਦਾ ਆਪਣਾ
ਬਿਲਕੁਲ ਹੀ ਦੇਖੋ ਹਾਰ ਇਹਦੇ ਹੋ ਵਿੱਚ ਜਾਣਾ। ਹੋਇਆ ਕਾਂਗਰਸ ਨੇ ਡੋਬ ਦਿੱਤੀ, ਮਹਾਗਠਬੰਧਨ ਕਿਤੇ ਕਹਿ ਸਕਦੇ ਨਾ, ਕਾਂਗਰਸ ਨੇ ਡੋਬਿਆ। ਮਹਾਗਠਬੰਧਨ ਦੀ ਹਾਰ ਦਾ ਠੀਕਰਾ ਕਾਂਗਰਸ ਦੇ ਸਿਰ ਬਹੁਤ ਲੋਕ ਭੰਨ ਰਹੇ ਨੇ ਬਿਲਕੁਲ। ਉਹਦੇ ਵਿੱਚ ਅਸੀਂ ਜੋ ਸਮਝਦੇ ਹਾਂ ਕਿ ਡਿਸਪ੍ਰੋਪੋਰਸ਼ਨੇਟ ਐਲੋਕੇਸ਼ਨ ਆਫ ਸੀਟਸ ਹੋਈ, ਜਿਹੜਾ ਹੁਣ ਵੀ ਅਸੀਂ ਕਹਿੰਦੇ ਹਾਂ ਬਹੁਤ ਫੇਅਰ ਹੁੰਦਾ ਜੇ 50 ਸੀਟਸ ਲੈਫਟ ਨੂੰ ਮਿਲਦੀਆਂ ਤੇ 50 ਸੀਟਸ ਕਾਂਗਰਸ ਲੜਦੀ। ਇੱਕ ਤੇ ਉਹ ਵੱਧ 70 ਸੀਟਾਂ ਦੇ ਉੱਤੇ ਕਨਸੈਂਟਰੇਟ ਕਰਨ ਦੀ ਬਜਾਏ 50 ਦੇ ਉੱਤੇ ਕਨਸੈਂਟਰੇਟ ਕਰਦੇ, ਤੁਸੀਂ એનર્ਜੀ ਵੱਧ ਲਾ ਸਕਦੇ ਸੀ, એનર્ਜੀ ਵੱਧ ਲਾ ਸਕਦੇ ਸੀ। ਦੂਜਾ ਫੋਰ ਐਗਜ਼ਾਮਪਲ ਸਾਡਾ ਕੇਸ ਹੈ, CPI-ML ਲਿਬਰੇਸ਼ਨ ਪਿਛਲੀ ਵਾਰੀ 26 ਸੀਟਾਂ ਦੇ ਉੱਤੇ ਸੈਕਿੰਡ ਹੈ ਤੇ 3 ਸੀਟਾਂ ਜਿੱਤਦੀ ਹੈ। ਅਸੀਂ 29 ਸੀਟਾਂ ਤਾਂ ਉਹ ਨੇ ਜਿਨ੍ਹਾਂ ਦੇ ਉੱਤੇ ਅਸੀਂ ਆਪਣੀ ਪਰਫਾਰਮੈਂਸ ਬੈਟਰ ਕਰਕੇ ਇਹਨਾਂ ਦੀ ਝੋਲੀ ਪਾ ਸਕਦੇ ਸੀ। ਸੋ ਇਹਦਾ ਮਤਲਬ ਕੀ ਹੁੰਦਾ ਕਿ ਦੂਜੀਆਂ ਵੀ CPM CPI ਦਾ ਵੀ ਜੇ ਉਹਨਾਂ ਨੂੰ ਹੋਰ ਸੀਟਸ ਮਿਲਦੀਆਂ ਤੇ ਇੱਕ ਲਾਰਜਰ ਵੇਵ ਅਸੀਂ ਇੱਕ ਵੱਡੇ ਏਰੀਏ 'ਚ ਲੈਫਟ ਦੀ ਕ੍ਰੀਏਟ ਕਰਦੇ ਤਾਂ ਲਾਜ਼ਮੀ ਸਾਡਾ ਸਟ੍ਰਾਈਕ ਰੇਟ ਇਦੋਂ ਬੈਟਰ ਹੋਣਾ ਸੀ। ਹੁਣ ਵੀ CPI-ML ਲਿਬਰੇਸ਼ਨ ਦਾ 63% ਸਟ੍ਰਾਈਕ ਰੇਟ ਹੈ, 19 ਸੀਟਾਂ ਲੜਦੀ ਹੈ ਤੇ ਉਹਦੇ ਚੋਂ 12 ਜਿੱਤ ਜਾਂਦੀ ਹੈ। ਤੇ ਇਸੇ ਤਰ੍ਹਾਂ 50% ਸਟ੍ਰਾਈਕ ਰੇਟ ਜਿਹੜਾ ਹੈਗਾ ਦੂਜੇ CPM ਦਾ ਵੀ ਹੈ। ਸੋ ਕਿਤੇ ਨਾ ਕਿਤੇ ਚੰਗੇ ਸਟ੍ਰਾਈਕ ਰੇਟਸ ਵਾਲਿਆਂ ਨੂੰ ਇਗਨੋਰ ਕੀਤਾ ਗਿਆ ਬਿਲਕੁਲ। ਔਰ ਬਲਕਿ ਅਸੀਂ ਇਹ ਵੀ ਸਮਝਦੇ ਹਾਂ ਇਸ ਤੋਂ ਪਿਛਲੇ ਵਾਰੀ ਜਦੋਂ ਇਸ ਤੋਂ ਪਹਿਲੀ ਬਿਹਾਰ ਚੋਣ ਹੋਈ, ਇਸ ਤੋਂ ਪਹਿਲੀ ਵਾਲੀ, ਉਸ ਬਿਹਾਰ ਚੋਣ ਦੇ ਵਿੱਚ ਲੈਫਟ ਨੂੰ ਆਊਟਰਾਈਟਲੀ ਨੈਗਲੈਕਟ ਹੀ ਕੀਤਾ ਇਹਨਾਂ ਨੇ। ਇਹਨਾਂ ਨੂੰ ਉਦੋਂ ਐਦਾਂ ਲੱਗ ਰਿਹਾ ਸੀਗਾ ਕਿ ਸ਼ਾਇਦ ਲੈਫਟ ਤੋਂ ਬਿਨਾਂ ਹੀ ਅਸੀਂ ਬਲਕਿ ਲੈਫਟ ਨੂੰ ਟਾਰਗੇਟਡਲੀ ਪਾਸੇ ਰੱਖਣ ਦੀ ਕੋਸ਼ਿਸ਼ ਕੀਤੀ। ਉਹਦਾ ਇਹਨਾਂ ਨੇ ਸਬਕ ਸਿੱਖਿਆ ਤੇ ਇਸ ਵਾਰੀ ਉਹ ਠੀਕ ਹੀ ਸਬਕ ਸਿੱਖਿਆ, ਉਹ ਸਬਕ ਠੀਕ ਸਿੱਖਿਆ ਕਿਉਂਕਿ ਇਸ ਵਾਰੀ ਜਦੋਂ ਸੀਟਾਂ ਦਿੱਤੀਆਂ ਤਾਂ ਲੈਫਟ ਨੇ ਠੀਕ ਠਾਕ ਸ਼ਾਨਦਾਰ ਪ੍ਰਦਰਸ਼ਨ ਜਿਹੜਾ ਹੈ ਕੀਤਾ। ਲੈਫਟ ਦੇ ਜਦੋਂ ਲੈਫਟ ਦੇ ਪ੍ਰਦਰਸ਼ਨ ਦੀ ਗੱਲ ਆਈ ਹੈ ਤਾਂ ਇਹਨਾਂ ਨੇ 29 ਸੀਟਾਂ ਤੇ ਮੇਰੇ ਖਿਆਲ ਚੋਣ ਲੜੀ ਤੇ ਉਹਨਾਂ ਚੋਂ 19 ਇਹ ਲੈ ਗਏ ਨੇ ਤੇ ਇਹਨਾਂ ਦਾ ਜਿੱਤ ਦੀ ਜਿਹੜੀ ਦਰ ਹੈ ਉਹ ਬਹੁਤ ਵੱਡੀ ਹੈ ਨਾ। ਤੇ ਇਹ ਵੀ ਉਹਨਾਂ ਦੇ ਜਿਹੜੇ ਪਰਸਨ ਟੂ ਪਰਸਨ ਜਿਹੜੇ ਜਿੱਤੇ ਨੇ MLAs ਉਹਨਾਂ ਦੀ ਪ੍ਰੋਫਾਈਲ ਦੇ ਉਹਨਾਂ ਦੀ ਜਿਹੜਾ ਆਪਣੀ ਜਿਹੜਾ ਉਹਨਾਂ ਦਾ ਵਕਾਰ ਹੈ ਉਹ ਬਹੁਤ ਸ਼ਾਨਦਾਰ ਹੈ। ਉਹ ਸਾਦੇ ਨੇ, ਸਾਦੇ ਘਰਾਂ 'ਚ ਰਹਿੰਦੇ ਨੇ, ਸਾਦਗੀ ਭਰਿਆ ਉਹ ਜੀਵਨ ਜੀ ਰਹੇ ਨੇ। ਜਾਣੀ ਇਸ ਵੇਲੇ ਉਹਨਾਂ ਨੂੰ ਪੂਰੇ ਮੇਰੇ ਖਿਆਲ ਮੁਲਕ ਵਿੱਚ, ਪੰਜਾਬ ਵਿੱਚ ਤਾਂ ਖਾਸ ਤੌਰ ਤੇ ਪੇਸ਼ ਕੀਤਾ ਜਾ ਰਿਹਾ, ਨੋਟ ਕੀਤਾ ਗਿਆ ਕਿ ਉਹ ਬਲਕਿ ਯੰਗਸਟਰਸ ਨੂੰ ਜਗ੍ਹਾ ਜਿਹੜੀ ਸੰਦੀਪ ਸੌਰਵ JNU ਦੇ ਲੀਡਰ ਰਹੇ, ਉਹਨਾਂ ਨੂੰ ਫਸਟ ਟਾਈਮ ਮਤਲਬ ਉਹ ਰਾਜਨੀਤੀ ਚਾਹੁੰਦੇ ਨੇ। ਤੇ ਬਲਕਿ ਸਾਡਾ ਜੇ ਮੈਂ ਕਹਾਂ ਲਿਬਰੇਸ਼ਨ ਦਾ ਤਾਂ ਪੁਰਾਣਾ ਉੱਥੇ ਦਾ ਬੜਾ ਦਿੱਗਜ ਜਿਹੜਾ ਕੰਟੈਸਟੈਂਟ ਸੀਗਾ, ਸੋ ਉਹਨੂੰ ਕੋਈ ਦਿੱਕਤ ਨਹੀਂ ਹੋਈ ਨੇ ਕਿ ਹਾਂ ਯੰਗਸਟਰ ਆਣਾਏਗਾ ਤਾਂ ਇਹਨਾਂ ਨੂੰ ਚੋਣ ਲੜਾਓ ਤੇ ਪਾਲੀਗੰਜ ਤੁਸੀਂ ਉਹਨਾਂ ਨੂੰ ਦਿੱਤਾ। ਸੋ ਮਨੋਜ ਮੰਜਿਲ ਉਹ ਸਾਡੀ ਨੌਜਵਾਨ ਸਭਾ ਦੇ ਨੈਸ਼ਨਲ ਪ੍ਰੈਜ਼ੀਡੈਂਟ ਨੇ, ਆਇਸਾ ਦੇ ਜਨਰਲ ਸੈਕਟਰੀ ਨੇ ਸੰਦੀਪ ਸੌਰਵ, ਔਰ ਮਹਿਬੂਬ ਆਲਮ ਦਾ ਸਭ ਤੋਂ ਇੰਟਰਸਟਿੰਗ ਕੇਸ। ਮਹਿਬੂਬ ਆਲਮ ਚੌਥੀ ਵਾਰ MLA ਬਣੇ ਨੇ ਤੇ ਬੜੇ ਸਾਦਾ ਜਿਹਾ ਜਿੱਤੇ ਨੇ ਉਹ, ਬੜੇ ਥੋੜੇ ਜਿਹੇ ਉਹਨਾਂ ਕੋਲੇ ਐਸੈਟਸ ਨੇ। ਐਸੈਟਸ ਥੋੜੇ ਜਿਹੇ ਕੀ ਹੈ ਸਮਝੀਏ ਹੈ ਹੀ ਨਹੀਂ, ਮਤਲਬ ਉਹ ਰਿਕਸ਼ੇ ਤੇ ਚੱਲਦਾ, ਪੈਦਲ ਚੱਲਦਾ, ਵਨ ਆਫ ਹਿਸ ਕਾਈਂਡ। ਉਹ ਐਸਾ ਮਤਲਬ ਇੱਕ ਕੈਰੈਕਟਰ ਹੈ ਨਾ ਆਪਣੇ ਆਪ 'ਚ। ਮੈਂ ਤਾਂ ਕਿਉਂਕਿ ਪਰਸਨਲੀ ਮਿਲਿਆ ਉਹਨਾਂ ਨੂੰ ਬੜੀ ਵਾਰੀ, ਸੋ ਉਹਨਾਂ ਦਾ ਤਾਂ ਮਤਲਬ ਇਸ ਤਰ੍ਹਾਂ ਦਾ ਕਿ ਸ਼ੋਰ ਸ਼ਾਟ ਵਿਕਟਰੀ। ਉਹ ਰੈਫਰੈਂਡਮ ਟਾਈਪ ਇਲੈਕਸ਼ਨ ਹੈ ਉਹਨਾਂ ਦਾ, ਮਤਲਬ ਉਹਨੂੰ ਤੁਸੀਂ ਇਲੈਕਸ਼ਨ ਨਾ ਕਹੋ, ਰੈਫਰੈਂਡਮ ਕਹੋ। 51% ਪੋਲਡ ਵੋਟਸ ਉਹਨਾਂ ਨੂੰ ਪੈਂਦੀਆਂ ਨੇ, ਮਤਲਬ 50% ਤੋਂ ਉੱਪਰ ਪੋਲਡ ਵੋਟਸ ਜਿਹੜੀ ਹੈ ਉਹ ਇੱਕ ਸਧਾਰਨ ਬੰਦੇ ਨੂੰ ਪੈਂਦੀਆਂ ਜਿਹੜਾ ਹਰ ਵੇਲੇ ਅਵੇਲੇਬਲ ਹੈ, ਗਲੀਆਂ ਦੇ ਵਿੱਚ ਤੁਰਿਆ ਫਿਰਦਾ। ਹਾਂ, ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਤਸਵੀਰਾਂ ਉਹਨਾਂ ਦੇ ਬੱਚਿਆਂ ਨਾਲ, ਉਹ ਆਪਣੀ ਬੀਵੀ ਨਾਲ ਆਪਣੇ ਨਿੱਕੇ ਬੱਚੇ ਨੂੰ ਮੋਢਿਆਂ ਤੇ ਚੁੱਕੀ ਜਾ ਰਹੇ ਨੇ। ਤੇ ਇਹੋ ਜਿਹੇ ਚਿਹਰੇ ਨੇ ਜੋ ਇਹੋ ਜਿਹੇ ਅਸਲ ਨਾਇਕ ਨੇ ਸਾਡੇ, ਉਹ ਆਸ ਬੁਝਾਉਂਦੇ ਨੇ ਸਾਡੀ ਡੈਮੋਕ੍ਰੇਸੀ ਵਿੱਚ। ਇੱਕ ਇੰਟਰਸਟਿੰਗ ਕੇਸ ਹੋਰ ਹੈ, ਅਮਰਜੀਤ ਕੁਸ਼ਵਾਹਾ ਦਾ ਮੈਂ ਨਾਂ ਲੈਣਾ ਚਾਹਾਂਗਾ। ਅਮਰਜੀਤ ਕੁਸ਼ਵਾਹਾ ਉਹ ਵਿਅਕਤੀ ਹੈ ਜਿਹਨੇ ਪਿਛਲੀ ਬਿਹਾਰ ਚੋਣ ਵੇਲੇ ਅਸੈਂਬਲੀ ਦੇ ਵਿੱਚ ਉਹ ਕੈਂਡੀਡੇਟ ਸੀ। ਜਿਸ ਦਿਨ ਉਹਨਾਂ ਦੇ ਕਾਗਜ਼ ਭਰੇ ਉਸ ਤੋਂ ਵੈਰੀ ਨੈਕਸਟ ਡੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਟਾਡਾ ਦਿਆ ਝੂਠਾ ਕੇਸ ਪਾ ਕੇ ਜੇਲ੍ਹ 'ਚ ਰੱਖਿਆ ਗਿਆ। ਉਹ ਹਾਲੇ ਤੱਕ ਜੇਲ੍ਹ 'ਚ ਹੈ ਜੀ। ਉਹ ਪਿਛਲੀ ਵਾਰ ਵੀ ਚੋਣ ਲੜੇ, ਸੈਕਿੰਡ ਕੰਟੈਸਟ ਹੀ ਫਿਨਿਸ਼ਡ ਸੈਕਿੰਡ। ਇਸ ਵਾਰੀ ਉਹਨਾਂ ਨੇ ਅੰਦਰ ਬੈਠਿਆਂ ਦੇ ਕਾਗਜ਼ ਭਰੇ ਔਰ ਅੰਦਰ ਬੈਠੇ ਹੀ ਜਿੱਤ ਗਏ ਔਰ ਉਹਨਾਂ ਦਾ ਮਾਰਜਿਨ 20-22 ਦਾ ਹੈ। 20-22 ਦੇ ਸ਼ਾਨਦਾਰ ਮਾਰਜਿਨ ਦੇ ਨਾਲ ਵਿਅਕਤੀ ਜਿੱਤਦਾ, ਜਿਸ ਨੂੰ ਸਰਕਾਰ ਕਹਿ ਰਹੀ ਹੈ ਕਿ ਇਹ ਟਾਡਾ ਦੇ ਅੰਡਰ ਬਣਦਾ ਹੈ। ਸੋ ਇਹ ਹੈ ਨਵੀਂ ਚੀਜ਼ ਦੇ ਨਾਲ। ਮੈਂ ਕਮਲਜੀਤ ਜੀ ਇਹ ਗੱਲ ਵੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੀ ਹਾਂ ਕਿ ਹੁਣ ਜਦੋਂ ਇਹ ਮੰਨ ਲਿਆ ਗਿਆ ਸੀ ਪਿਛਲੇ ਕੁਝ ਸਮੇਂ ਤੋਂ ਕਿ ਲੈਫਟ ਦੀ ਜਿਹੜੀ ਹਾਜ਼ਰੀ ਹੈ ਉਹ ਜ਼ਿਕਰਯੋਗ ਨਹੀਂ ਰਹੀ, ਹਾਸ਼ੀਏ ਤੇ ਤੱਕੇ ਗਏ ਸੀ, ਜਾਂ ਕਿਤੇ ਨਾ ਕਿਤੇ ਤਾਂ ਉਹਨਾਂ ਵਿੱਚ ਲੀਡਰਸ਼ਿਪ ਵਿੱਚ ਕੋਈ ਗੜਬੜ ਜ਼ਰੂਰ ਹੋਏਗੀ। ਉਹਨਾਂ ਨੇ ਨਵਾਂ ਕਾਡਰ ਨਹੀਂ ਪੈਦਾ ਕੀਤਾ ਜਾਂ ਆਪਣੀ ਗੱਲ ਆਵਾਮ ਤੱਕ ਪਹੁੰਚਾਉਣ 'ਚ ਸਫਲ ਨਹੀਂ ਰਹੇ। ਜਿਸ ਤਰ੍ਹਾਂ ਕੇਂਦਰ ਵਿੱਚ ਹਾਜ਼ਰੀ ਹੁੰਦੀ ਸੀ ਲੈਫਟ ਦੀ, ਜਿਸ ਤਰ੍ਹਾਂ ਹਰਕਿਸ਼ਨ ਸਿੰਘ ਸੁਰਜੀਤ ਜਾਂ ਹੋਰ ਲੀਡਰ ਆਪਣੀ ਹਾਜ਼ਰੀ ਦਰਸਾਉਂਦੇ ਸੀ, ਪਾਵਰਫੁਲ ਸ਼ਕਤੀਸ਼ਾਲੀ ਅੰਦਾਜ਼ ਵਿੱਚ, ਤੇ ਉਸ ਤਰ੍ਹਾਂ ਦਾ ਲੈਫਟ ਦਾ ਜਿਸ ਤਰ੍ਹਾਂ ਵਾਈਪ ਆਊਟ ਹੋ ਰਿਹਾ ਸੀ ਲੈਫਟ। ਤੇ ਹੁਣ ਜਦੋਂ ਬਿਹਾਰ ਚੋਣ ਵਿੱਚ ਉਹਨਾਂ ਦੀ ਹਾਜ਼ਰੀ ਇਸ ਤਰ੍ਹਾਂ ਦਰਜ ਉਹਨਾਂ ਨੇ ਆਪਣੀ ਕਰਾਈ ਹੈ ਹੋਂਦ, ਤਾਂ ਤੁਸੀਂ ਕੀ ਸੋਚਦੇ ਹੋ? ਖੱਬੀ ਧਿਰ ਦਾ ਭਵਿੱਖ ਕੀ ਸੋਚਦੇ ਹੋ? ਤੇ ਨਾਲ ਹੀ ਕਿਉਂਕਿ ਪੱਛਮੀ ਬੰਗਾਲ ਹੈ, ਅੱਗੇ ਚੋਣਾਂ ਨੇ, ਲੰਬਾ ਸਮਾਂ
ਖੱਬੀਆਂ ਧਿਰਾਂ ਨੇ ਉੱਥੇ ਰਾਜ ਕੀਤਾ ਹੈ, ਖੱਬੀ ਪਾਰਟੀ ਨੇ। ਤਾਂ ਹੁਣ ਆਪਾਂ ਪੱਛਮੀ ਬੰਗਾਲ ਬਾਰੇ ਕੀ ਕਹਿ ਸਕਦੇ ਹਾਂ? ਪੱਛਮੀ ਬੰਗਾਲ ਬਾਰੇ ਕਹਿਣ ਤੋਂ ਪਹਿਲਾਂ ਇੱਕ ਚੀਜ਼ ਮੈਂ ਨੋਟ ਕਰਾਂਗਾ ਇਸ ਦੇ ਬਾਰੇ ਕਿ ਇਹ ਵੀ ਹੁੰਦਾ ਹੈ ਕਿ ਜਿਹੜੇ ਜਿਨ੍ਹਾਂ ਨੂੰ ਪੋਲੀਟੀਕਲ ਐਨਾਲਿਸਟ ਕਹਿੰਦੇ ਆ ਅਸੀਂ, ਜਿਹੜੇ ਬੜੇ ਸਿੱਕੇਬੰਦ ਟਕਸਾਲੀ ਪੋਲੀਟੀਕਲ ਐਨਾਲਿਸਟ ਨੇ, ਉਹ ਅਕਸਰ ਬੜੀ ਸੁਵਿਧਾ ਦੇ ਨਾਲ ਕੀ ਕਰਦੇ ਹੁੰਦੇ ਨੇ, ਪਹਿਲਾਂ ਇਗਨੋਰ ਕਰਦੇ ਨੇ ਲੈਫਟ ਨੂੰ। ਜਦੋਂ ਹੁਣ ਲੈਫਟ ਦਾ ਇਸ ਤਰ੍ਹਾਂ ਦਾ ਰਿਜ਼ਲਟ ਆਉਂਦਾ, ਫਿਰ ਉਸਨੂੰ ਕਹਿਣਗੇ ਕਿ ਇਹ ਅੰਡਰ ਕਰੰਟ ਹੈ, ਫਿਰ ਅੰਡਰ ਕਰੰਟ ਦੇ ਨਾਲ ਉਸਨੂੰ ਕਵਰ ਅਪ ਕਰਦੇ ਆ, ਜਦਕਿ ਉਹ ਇਹ ਗੱਲ ਕਦੀ ਨਹੀਂ ਐਕਸੈਪਟ ਕਰਦੇ ਕਿ ਅਸੀਂ ਇਸ ਫੈਕਟਰ ਨੂੰ ਆਲਰੇਡੀ ਇਗਨੋਰ ਕੀਤਾ ਸੀ। ਜਦਕਿ ਉਹਨਾਂ ਨੂੰ ਇਹ ਗੱਲ ਤਾਂ ਫਿਰ ਕੋਈ ਮੰਨਣੀ ਮੰਨਣਾ ਨਹੀਂ ਚਾਹੁੰਦਾ, ਚਾਹੀਦਾ, ਓਪਨਲੀ ਇੱਕ honest, ਇੱਕ ਨੈਰੇਟਿਵ ਕ੍ਰੀਏਟ ਲੇਕਿਨ ਇੱਕ honest ਜਿਹੜਾ ਐਨਾਲਿਸਟ ਹੈ ਉਹਨੂੰ ਮੰਨਣਾ ਚਾਹੀਦਾ ਤੇ ਬਿਲਕੁਲ। ਇਸੇ ਐਂਗਲ ਤੋਂ ਮੈਂ ਇਹ ਕਹਿਣਾ ਚਾਹੁੰਦਾ ਕਿ ਰਾਤੋਂ ਰਾਤ ਥੋੜੀ ਬਣ ਗਿਆ। ਜੇ ਸੀਪੀਆਈਐਮਐਲ ਦਾ, ਸੀਪੀਆਈਏ ਦਾ, ਸੀਪੀਐਮ ਦਾ ਇਹ ਰਿਜ਼ਲਟ ਸਾਹਮਣੇ ਆਇਆ ਤਾਂ ਇਹ ਨਹੀਂ ਹੈ ਕਿ ਇਹ ਚੋਣਾਂ ਦੇ ਦੌਰਾਨ ਬਣ ਗਿਆ, ਇਹ ਐਗਜ਼ਿਸਟ ਪਹਿਲਾਂ ਤੋਂ ਕਰ ਰਿਹਾ ਸੀ। ਜਦੋਂ ਲੱਖਾਂ ਲੋਕ ਬਿਹਾਰ 'ਚ ਮੁੜ ਕੇ ਗਏ ਨੇ ਤੇ ਇਹਨਾਂ ਪਾਰਟੀਆਂ ਨੇ ਉਹਨਾਂ ਦੀ ਬਾਹ ਫੜੀ ਹੈ। ਉਸ ਤੋਂ ਪਹਿਲਾਂ ਜਦੋਂ ਜ਼ਮੀਨ ਦਾ ਸਟਰਗਲ ਚੱਲਿਆ ਹੈ, ਸਾਮੰਤਵਾਦ ਦਾ ਦੌਰ ਬਿਹਾਰ 'ਚ ਆਪਾਂ ਯਾਦ ਕਰੀਏ, ਉਹ ਸੀ ਜਦੋਂ ਵਿਅਕਤੀ ਨੂੰ ਦਲਿਤ ਹੋਣ ਕਰਕੇ ਮੰਜੇ ਤੇ ਬੈਠਣਾ ਅਲਾਉਡ ਨਹੀਂ ਸੀ, ਜਦੋਂ ਵਿਅਕਤੀ ਨੂੰ ਦਲਿਤ ਹੋਣ ਕਰਕੇ ਚੱਪਲ ਪਾਣੀ ਅਲਾਉਡ ਨਹੀਂ ਸੀ। ਰਣਵੀਰ ਸੈਨਾ, ਲਖੀਮਪੁਰ ਖੀਰੀ, ਇਹਦਾ ਲਖਨ ਬਾਥੇ ਜਿਹੜਾ ਹੈਗਾ ਬਥਾਨੀ ਟੋਲਾ ਦਾ, ਇਹ ਇੰਨੇ ਵੱਡੇ ਵੱਡੇ ਜਿਹੜਾ ਹੈ ਉਹ ਕਾਂਡ ਹੋਏ ਜਿਹੜੇ ਮਾਰ ਦਿੱਤੇ ਗਏ, ਔਰ ਖਾਸ ਤੌਰ ਤੇ ਦਲਿਤ ਮਹਾਦਲਿਤ, ਉਹਨਾਂ ਦੀ ਚੈਂਪੀਅਨ ਸੀਪੀਆਈਐਮਐਲ ਬਣੀ ਜਾਂ ਦੂਜੀਆਂ ਜਗ੍ਹਾ ਦੇ ਉੱਤੇ ਵੱਖਰੀਆਂ ਲੈਫਟ ਪਾਰਟੀਆਂ ਬਣੀਆਂ। ਸੋ ਉਹ ਚੀਜ਼ ਉਦੋਂ ਤੋਂ ਕੰਟੀਨਿਊ ਕਰਦੀ ਆ ਰਹੀ ਹੈ। ਆਪਾਂ ਇਹ ਮੰਨੀਏ ਕਿ ਨੈਰੇਟਿਵ ਦੇਖਣ ਵਾਲੇ ਲੋਕਾਂ ਨੇ ਉਸ ਨੂੰ ਨੋਟ ਨਹੀਂ ਕੀਤਾ ਤੇ ਅੱਜ ਜਦੋਂ ਸਾਨੂੰ ਪਰਫਾਰਮੈਂਸ ਦਾ ਖੁੱਲ੍ਹ ਕੇ ਮੌਕਾ ਮਿਲਿਆ, ਕਿਉਂਕਿ ਆਰਜੇਡੀ ਤੇ ਸੀਪੀਆਈਐਮਐਲ ਸਾਡਾ ਬੇਸ ਬਿਲਕੁਲ ਕਾਮਨ ਬੇਸ ਹੈ, ਉਹੀ ਦਲਿਤ, ਉਹੀ ਪਿਛੜਾ ਜਿਹੜਾ ਸੋਸ਼ਲ ਜਸਟਿਸ ਦੇ ਨਾਂ ਦੇ ਉੱਤੇ ਉਹਨਾਂ ਨੂੰ ਵੀ ਦੇਖਦਾ ਸੀਗਾ ਤੇ ਜ਼ਮੀਨ ਹਾਸਲ ਕਰਨ ਲਈ ਸਾਡੇ ਨਾਲ ਵੀ ਜੁੜਿਆ ਹੋਇਆ ਸੀਗਾ। ਤੇ ਉਹਨਾਂ ਨੂੰ ਕਿਤੇ ਨਾ ਕਿਤੇ ਪਹਿਲਾਂ ਇਹ ਲੱਗਿਆ ਸੀਗਾ ਕਿ ਜਦੋਂ ਸਰਕਾਰ ਬਣੇਗੀ ਲਾਲੂ ਯਾਦਵ ਵੇਲੇ ਜਾਂ ਹੋਰ, ਕਿ ਸ਼ਾਇਦ ਸਾਡਾ ਦਲਿਤਾਂ ਦਾ, ਪਿਛੜਿਆਂ ਦਾ ਕੋਈ ਜਗ੍ਹਾ ਬਣੇਗੀ। ਉਹ ਨਹੀਂ ਹੋ ਸਕਿਆ, ਉਸ ਤਰ੍ਹਾਂ ਦਾ ਸੋਸ਼ਲ ਜਸਟਿਸ ਨਹੀਂ ਮਿਲਿਆ। ਸੋ ਹੁਣ ਇੱਕ ਨਵਾਂ ਰਿਵਾਈਵਲ ਦੇ ਨਾਲ ਆਰਜੇਡੀ ਆਇਆ, ਇਹ ਉਹ ਪੁਰਾਣਾ ਆਰਜੇਡੀ ਵੀ ਤਾਂ ਨਹੀਂ ਹੈ, ਬਿਲਕੁਲ ਇਹ ਨਵਾਂ ਆਰਜੇਡੀ ਹੈ। ਸੋ ਇਸ ਨਵੇਂ ਆਰਜੇਡੀ ਦੇ ਵਿੱਚ ਵੀ ਕੁਝ ਚੇਂਜਸ ਨੇ ਤੇ ਸਾਡੇ ਵਾਲੇ ਬੇਸ ਨੂੰ ਕਿਤੇ ਨਾ ਕਿਤੇ ਇੱਕ ਤਜਰਬੇ ਦੇ ਵਿੱਚੋਂ ਨਵੀਆਂ ਚੀਜ਼ਾਂ ਸਿੱਖਣ ਨੂੰ ਵੀ ਮਿਲੀਆਂ ਨੇ ਕਿ ਪੁਰਾਣੇ ਆਪਣੇ ਜਿਹੜੇ ਟਰਰੇ ਨੇ ਉਸ ਨੂੰ ਤੋੜ ਕੇ ਨਵੇਂ ਅੰਦਾਜ਼ ਵਿੱਚ ਸੋਚਣਾ ਪਏਗਾ। ਨਵੀਂ ਜਨਰੇਸ਼ਨ ਜਦੋਂ ਇਨਫੋਰਮੇਸ਼ਨ ਟੈਕਨੋਲੋਜੀ ਇੰਨੀ ਹਾਵੀ ਹੈ ਸਾਡੇ ਤੇ ਸੋਸ਼ਲ ਮੀਡੀਆ ਤੇ ਹਰ ਗੱਲ ਮਿੰਟਾਂ 'ਚ ਫੈਲ ਵੀ ਜਾਂਦੀ ਹੈ ਤੇ ਉਹ ਸਾਰੇ ਕਾਸੇ ਦੇ ਸੰਦਰਭ ਵਿੱਚ, ਨਵੇਂ ਵਰਲਡ ਆਰਡਰ ਦੇ ਸੰਦਰਭ ਵਿੱਚ ਹੁਣ ਖੱਬੀ ਧਿਰ ਦਾ ਕੀ ਭਵਿੱਖ ਹੈ? ਇੱਕ ਤਾਂ ਮੈਂ ਖੱਬੀ ਧਿਰ ਦੇ ਭਵਿੱਖ ਨੂੰ ਇਸੇ ਦੇ ਵਿੱਚੋਂ ਹੀ ਮੈਂ ਇੱਕ ਗੱਲ ਹੋਰ ਨੋਟ ਕਰਨਾ ਚਾਹੁੰਦਾ, ਜੋ ਬਿਹਾਰ ਦਾ ਨਤੀਜਾ ਹੈ ਸਾਡਾ, ਉਹ ਬਾਕੀ ਸਾਰਿਆਂ ਵਾਸਤੇ ਵੀ ਰੈਲੇਵੈਂਟ ਹੈ। ਪੋਲਿਟਿਕਸ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਸਾਡਾ ਵਿਰੋਧੀ ਹੈ ਉਸ ਨੂੰ ਅਸੀਂ ਡੈਸੀਮੇਟ ਕਰ ਦਈਏ, ਉਸ ਦੀ ਕੋਈ ਸੀਟ ਨਾ ਆਵੇ, ਸਾਡੀਆਂ ਸਾਰੀਆਂ ਸੀਟਾਂ ਆਣ। ਉਹ ਨਹੀਂ ਹੁੰਦਾ, ਉਹਦੀਆਂ ਸੀਟਾਂ ਆ ਜਾਂਦੀਆਂ, ਸਾਡੀਆਂ ਵੀ ਆ ਜਾਂਦੀਆਂ। ਫਿਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਹ ਅੱਗੇ ਨਾ ਵਧੇ, ਜਿੰਨਾ ਹੈ ਉੱਥੇ ਰਹੇ। ਫਿਰ ਥਰਡ ਕੋਸ਼ਿਸ਼ ਹੁੰਦੀ ਹੈ ਕਿ ਫਿਰ ਸਰਕਾਰ ਨਾ ਬਣਾਵੇ ਜੇ ਅੱਗੇ ਵੀ ਵਧ ਗਿਆ। ਹੁਣ ਕੀ ਹੈ, ਫੋਰਥ ਸਿਚੁਏਸ਼ਨ ਪਹੁੰਚ ਗਈ, ਉਹ ਸਰਕਾਰ ਵੀ ਬਣਾ ਰਿਹਾ ਜਿਹੜਾ ਸਾਡਾ ਵਿਰੋਧੀ ਸੀਗਾ। ਸੋ ਇੱਥੇ ਸਾਡੀ ਭੂਮਿਕਾ ਕੀ ਹੈ? ਇੱਥੇ ਮੈਂ ਯਾਦ ਕਰਾਵਾਂਗਾ ਸਾਡਾ ਪੁਰਾਣਾ ਨਾਰਾ ਆ ਰਿਹਾ ਹੈ। ਅਸੀਂ ਕਹਿੰਦੇ ਹਾਂ ਕਿ ਲੈਫਟ ਦਾ ਇੱਕ ਇੰਪੋਰਟੈਂਟ, ਅੱਜ ਦੇ ਦੌਰ ਦੇ ਵਿੱਚ ਇੰਪੋਰਟੈਂਸ ਹੈਗੀ ਹੈ ਇੱਕ ਰੈਵੋਲੂਸ਼ਨਰੀ ਆਪੋਜੀਸ਼ਨ, ਇੱਕ ਇਨਕਲਾਬੀ ਵਿਰੋਧੀ ਧਿਰ ਸਿਰਜਣਾ। ਔਰ ਇਸ ਗੱਲ ਨੂੰ ਮੋਦੀ ਦੀ ਜਿਹੜੀ ਪਿਛਲੇ 6 ਸਾਲਾਂ ਦਾ ਰੂਲ ਹੈ, ਇਸ ਤੋਂ ਬਾਅਦ ਅਸੀਂ ਹੋਰ ਜ਼ਿਆਦਾ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਕਿ ਇੱਕ ਵਿਰੋਧੀ ਧਿਰ ਦੀ ਕੀ ਇੰਪੋਰਟੈਂਸ ਹੁੰਦੀ ਹੈ। ਸੋ ਬਿਹਾਰ ਚੋਣ ਦੇ ਵਿੱਚ ਜਿਹੜੀ ਇੰਪੋਰਟੈਂਟ ਗੱਲ ਹੈ, ਜੇ ਸਰਕਾਰ ਐਨਡੀਏ ਬਣਾ ਵੀ ਜਾਵੇ ਤਾਂ ਵੀ ਇੱਕ ਇੰਟਰਸਟਿੰਗ ਤੇ ਇੰਪੋਰਟੈਂਟ ਵਿਰੋਧੀ ਧਿਰ ਮੌਜੂਦ ਹੈ, ਜਿਹੜੀ ਸਾਰੇ ਸੰਘਰਸ਼ਾਂ ਨੂੰ ਹੁਣ ਉਹਨੂੰ ਡੈਟਰੈਂਸ ਦਾ ਕੰਮ ਕਰੇਗੀ। ਬਿਲਕੁਲ ਹੁਣ ਡੈਟਰੈਂਟ ਇੱਕ ਫੋਰਸ ਉੱਥੇ ਹੈ। ਸੋ ਇਹ ਸਬਕ ਮੈਨੂੰ ਲੱਗਦਾ ਪੂਰੇ ਦੇਸ਼ ਦੇ ਵਿੱਚ ਸਮਝਣਾ ਚਾਹੀਦਾ ਹੈ। ਇਹ ਬੰਗਾਲ ਦੇ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ, ਪੰਜਾਬ ਦੇ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਕਿ ਸਿਰਫ ਤੇ ਸਿਰਫ ਕਿਉਂਕਿ ਹਾਲੇ ਤੱਕ ਸਾਡਾ ਚੋਣ ਕਰਨ ਦਾ ਜਾਂ ਇਲੈਕਟੋਰਲੀ ਜਾਂ ਪੋਲੀਟੀਕਲੀ ਸੋਚਣ ਦਾ ਜਿਹੜਾ ਅੰਦਾਜ਼ ਹੈ ਉਹ ਇਹ ਹੈ ਕਿ ਅਸੀਂ ਕਿਸੇ ਨੂੰ ਜਿਤਾਉਂਦੇ ਆ ਜਾਂ ਹਰਾਉਂਦੇ ਆ। ਅਸੀਂ ਕਹਿੰਦੇ ਆ ਇਹਦੀ ਸਰਕਾਰ ਬਣਵਾਉਣੀ ਹੈ ਜਾਂ ਇਹਦੀ ਸਰਕਾਰ ਬਣਨ ਨਹੀਂ ਦੇਣੀ। ਮੈਨੂੰ ਲੱਗਦਾ ਹੁਣ ਫੋਕਸ ਸ਼ਿਫਟ ਕਰਨਾ ਪਏਗਾ ਲੋਕਾਂ ਨੂੰ ਕਿ ਅਸੀਂ ਕਿਹੜੀ ਵਿਰੋਧੀ ਧਿਰ ਚੁਣਨੀ ਹੈ। ਇਹ ਸੋਚ ਕੇ ਚੁਣੋ, ਮੰਨ ਲਓ ਤੁਹਾਡੀ ਵਿਰੋਧੀ ਧਿਰ ਇੰਨੀ ਮਜ਼ਬੂਤ ਹੋ ਜਾਏ ਕਿ ਉਹ ਸਰਕਾਰ ਵੀ ਬਣਾ ਜਾਵੇ ਤੇ ਤੁਹਾਡੇ ਵਾਸਤੇ ਮਤਲਬ ਸੋਨੇ ਤੇ ਸੁਹਾਗਾ ਹੈ, ਨਹੀਂ ਤੇ ਤੁਸੀਂ ਵਿਰੋਧੀ ਧਿਰ ਸੋਚ ਸਮਝ ਕੇ ਚੁਣੀ ਹੈ, ਉਹ ਆਪਣਾ ਰੋਲ ਅਦਾ ਕਰੇਗੀ। ਸੋ ਇਸ ਤਰੀਕੇ ਨਾਲ ਮੈਂ ਸਮਝਦਾ ਲੈਫਟ ਦੀ ਇੰਪੋਰਟੈਂਸ ਜਿਹੜੀ ਹੈ ਉਹ ਦੇਸ਼ ਦੇ ਵਿੱਚ ਫਿਰ ਤੋਂ ਜਾਗੀ ਹੈ, ਫਿਰ ਤੋਂ ਲੋਕ ਇਸ ਤਰ੍ਹਾਂ ਦੇਖਣਾ ਸ਼ੁਰੂ ਕਰਨਗੇ। ਇਸੇ ਸੰਦਰਭ ਵਿੱਚ ਲੱਗਦਾ ਆਪਾਂ ਬੰਗਾਲ ਨੂੰ ਵੀ ਡਿਸਕਸ ਕਰੀਏ। ਹਾਂ, ਬੰਗਾਲ ਨੂੰ ਵੀ, ਪਰ ਮੈਂ ਬੰਗਾਲ ਦੇ ਨਾਲ ਪੰਜਾਬ ਨੂੰ ਵੀ ਚਾਹੁੰਦੀ ਹਾਂ ਕਿ ਪੰਜਾਬ 'ਚ ਵੀ ਚੋਣਾਂ ਆ ਰਹੀਆਂ ਨੇ। ਪੰਜਾਬ 'ਚ ਜਿਹੜੀਆਂ ਲੋਕਾਂ ਦੇ ਪੱਧਰ ਤੇ ਖੱਬੀਆਂ ਧਿਰਾਂ ਬਹੁਤ ਕੰਮ ਕਰ ਰਹੀਆਂ ਨੇ ਪੰਜਾਬ 'ਚ।
ਹੈ ਨਾ, ਭਾਵੇਂ ਉਹ ਜ਼ਮੀਨ ਸੰਘਰਸ਼ ਪ੍ਰਾਪਤੀ ਦੀ ਗੱਲ ਹੋਵੇ ਜਾਂ ਹੋਰ ਲੋਕਾਂ ਦੇ ਮਸਲੇ, ਖੇਤ ਮਜ਼ਦੂਰਾਂ ਦੇ ਮਸਲੇ ਨੇ, ਕਿਸਾਨੀ ਦੀਆਂ ਅਕੁਰਕੀਆਂ ਰੋਕਣ ਲਈ, ਉਹਨਾਂ ਦੀ ਜ਼ਮੀਨ ਤੇ ਕਬਜ਼ੇ ਰੋਕਣ ਲਈ, ਹੈ ਨਾ, ਖੱਬੀਆਂ ਧਿਰਾਂ ਕਿਸਾਨੀ ਵਿੰਗ, ਵਿਦਿਆਰਥੀ ਵਿੰਗ, ਨੌਜਵਾਨ ਵਿੰਗ ਉਹਨਾਂ ਦੇ ਕੰਮ ਕਰ ਰਹੇ ਨੇ। ਤੇ ਪਰ ਉਹ ਵੋਟਾਂ 'ਚ ਟਰਾਂਸਲੇਟ ਹੋਣ ਵੇਲੇ ਕੁਝ ਹੋਰ ਹੋ ਜਾਂਦਾ ਹੈ ਨਾ। ਇੱਥੇ ਰਵਾਇਤੀ ਕਾਂਗਰਸ ਤੇ ਅਕਾਲੀ ਦਲ ਆ ਜਾਂਦੇ ਨੇ ਤੇ ਹੁਣ ਬੀਜੇਪੀ ਪੈਰ ਜ਼ੋਰ ਮਾਰ ਰਹੀ ਹੈ। ਤੇ ਇੱਥੇ ਫਿਰ ਉਹ ਬਿਹਾਰ ਦੀ ਜਿਹੜੀ ਖੱਬੇ ਧਿਰ ਦਾ ਜਿਹੜਾ ਤਜਰਬਾ ਹੈ, ਜਿਹੜਾ ਉਹਨਾਂ ਦਾ ਹਾਸਲ ਹੈ, ਕਿ ਉਹ ਪੰਜਾਬ ਵਿੱਚ ਕੋਈ ਰੰਗ ਲਿਆਏਗਾ। ਦੇਖੋ, ਇਨ ਬਿਨ ਤਾਂ ਕਿਤੇ ਵੀ ਕੁਝ ਨਹੀਂ ਹੋ ਸਕਦਾ। ਜੇ ਆਪਾਂ ਸੋਚੀਏ ਕਿ ਬਿਹਾਰ ਵਾਲੀ ਫਾਰਮੇਸ਼ਨਸ ਵੀ, ਬਿਹਾਰ 'ਚ ਕਾਂਗਰਸ ਹੈ, ਪੰਜਾਬ 'ਚ ਵੀ ਕਾਂਗਰਸ ਹੈ, ਬਿਹਾਰ ਦੇ ਵਿੱਚ ਆਰਜੇਡੀ ਵਰਗੀ ਕੋਈ ਲੋਕਲ ਕਹਿ ਲਈਏ ਖੇਤਰੀ ਧਿਰ ਹੈ, ਇੱਥੇ ਵੀ ਹੈ। ਸੋ ਹਾਂ, ਬਿਲਕੁਲ, ਉਹਨੂੰ ਮੈਂ ਨੋਟ ਇਸ ਕਰਕੇ ਕਰਾ ਰਿਹਾ ਕਿ ਇਹ ਹੀ ਵਖਰੇਵਾਂ ਜਿਹੜਾ ਹੈਗਾ, ਇਹ ਸਾਨੂੰ ਇੱਥੇ ਦੀ ਰਾਜਨੀਤੀ ਨੂੰ ਸ਼ੇਪ ਕਰਨ ਲਈ, ਜਦੋਂ ਇਸ ਨੂੰ ਨੋਟ ਕਰਾਂਗੇ ਅਸੀਂ, ਇੱਥੇ ਦੀ ਰਾਜਨੀਤੀ ਦੇ ਵਿੱਚ ਇਸ ਵੇਲੇ ਕੀ ਡਿਸੀਜਨ ਹੈ। ਜਿਵੇਂ ਬਿਹਾਰ 'ਚ ਮੈਂ ਕਿਹਾ ਕਿ ਜੋ ਉੱਥੇ ਆਲਰੇਡੀ ਟੀਚਰਾਂ ਦਾ ਇੱਕ ਬਹੁਤ ਵੱਡਾ ਪ੍ਰਾਈਵੇਟ ਜਿਹੜੇ ਪੈਰਾ ਟੀਚਰਸ ਤੇ ਠੇਕਾ ਟੀਚਰਸ ਨੇ, ਉਹਨਾਂ ਦਾ ਬਹੁਤ ਪ੍ਰਚੰਡ ਅੰਦੋਲਨ ਬਿਹਾਰ 'ਚ ਹੋਇਆ, ਜਿਹਦਾ ਏਜੰਡਾ ਮਹਾਗਠਬੰਧਨ ਦੇ ਏਜੰਡੇ 'ਚ ਸ਼ਾਮਲ ਕਰਨਾ ਪਿਆ। ਸਿਮਿਲਰਲੀ ਪੰਜਾਬ ਦੇ ਅੰਦਰ ਕੀ ਏਜੰਡੇ ਨੇ, ਸਾਨੂੰ ਇਹ ਦੇਖਣੇ ਪੈਣਗੇ। ਪੰਜਾਬ ਦੇ ਵਿੱਚ ਠੇਕੇ ਦੇ ਉੱਤੇ ਟੀਚਰਸ ਦਾ ਤੇ ਠੇਕੇ ਦੇ ਉੱਤੇ ਹੋਰ ਬਹੁਤ ਜ਼ਬਰਦਸਤ ਸੰਘਰਸ਼ ਹੈ। ਆਂਗਨਵਾੜੀ ਦਾ ਐਡਾ ਮਜ਼ਬੂਤ ਕੰਮ ਹੈ ਪੰਜਾਬ ਦੇ ਅੰਦਰ। ਸੋ ਇਹ ਸਾਰੇ ਅੰਦੋਲਨਾਂ ਦੇ ਵਿੱਚੋਂ ਸਾਡੇ ਤਾਂ ਨਰਸਾਂ ਦਾ, ਪੈਰਾਮੈਡੀਕਲ ਸਟਾਫ ਦਾ, ਸੋ ਇਸੇ ਤਰ੍ਹਾਂ ਲਾਈਨਮੈਨਾਂ ਦਾ, ਬਿਜਲੀ ਮੁਲਾਜ਼ਮਾਂ ਦਾ, ਹਰ ਸਫੀਅਰ 'ਚ ਸਾਡੇ ਤਾਂ ਜ਼ੋਰਦਾਰ ਸੰਘਰਸ਼ ਚੱਲ ਰਹੇ ਨੇ। ਸਾਨੂੰ ਉਹਨਾਂ ਸੰਘਰਸ਼ਾਂ ਨੂੰ ਇੱਕ ਸੈਗਮੈਂਟ ਮੰਨ ਲੈਣਾ ਚਾਹੀਦਾ ਹੈ। ਕਿਸਾਨੀ ਦਾ ਮੌਜੂਦਾ ਸੰਘਰਸ਼, ਇਹਨੂੰ ਇੱਕ ਸੈਗਮੈਂਟ ਮੰਨ ਲੈਣਾ ਚਾਹੀਦਾ ਹੈ। ਸਾਡਾ ਜਿਹੜਾ ਖੇਤ ਮਜ਼ਦੂਰ ਅੰਦੋਲਨ ਹੈ, ਤੁਸੀਂ ਪਿਛਲੇ ਸਮੇਂ ਨੋਟ ਕੀਤਾ ਹੋਣਾ, ਮਾਈਕਰੋ ਫਾਈਨਾਂਸ ਜਿਹੜੀਆਂ ਕੰਪਨੀਆਂ ਨੇ, ਉਹਨਾਂ ਦੇ ਅਗੇਂਸਟ ਲੋਕਡਾਊਨ ਦੇ ਦੌਰਾਨ ਔਰਤਾਂ ਦੇ 10-10 ਹਜ਼ਾਰ ਦੇ ਇਕੱਠ, ਜ਼ੋਰਦਾਰ ਮਾਲਵਾ ਪੂਰੇ ਦਾ ਪੂਰਾ ਹਿੱਟ ਸੀਗਾ ਉਹਨਾਂ ਦਿਨਾਂ ਦੇ ਵਿੱਚ, ਔਰ ਜ਼ਬਰਦਸਤ ਪ੍ਰਚੰਡ ਉਹਨਾਂ ਦੇ ਵਿੱਚ ਮੂਵਮੈਂਟ ਹੈ। ਮੈਂ ਉਹਨਾਂ ਦੀਆਂ ਰੈਲੀਜ਼ ਅਟੈਂਡ ਕੀਤੀਆਂ ਉਹਨਾਂ ਦਿਨਾਂ ਦੇ ਵਿੱਚ, ਕਿਆ ਉਹਨਾਂ ਦੇ ਵਿੱਚ ਫਲੇਅਰ ਸੀਗਾ, ਬੋਲਣ ਦਾ ਤਾਕਤ ਸੀ। ਸੋ ਇਹ ਸਾਰੇ ਏਜੰਡਾਜ਼ ਜਿਹੜੇ ਨੇ, ਜੇ ਇਹਨਾਂ ਏਜੰਡਾਜ਼ ਦਾ ਕੋਈ ਪੋਲੀਟੀਕਲ ਮੰਚ ਬਣੇ ਤੇ ਇਹ ਰੋਲ ਲੈਫਟ ਨੂੰ ਲੈਣਾ ਪਏਗਾ। ਇਸ ਤੋਂ ਵੀ ਇਲਾਵਾ ਜਿਹੜਾ ਪੰਜਾਬ ਦੀ ਰਾਜਨੀਤੀ ਨੂੰ ਹੁਣ ਸ਼ੇਪ ਕਰੇਗਾ, ਉਹ ਹੈ, ਦੇਖੋ, ਦੋ ਮੈਂ ਕਹਿੰਦਾ ਬ੍ਰੌਡ ਚੀਜ਼ਾਂ ਨੇ। ਇੱਕ ਹੈ ਸਾਡੀ ਆਰਥਿਕਤਾ ਦਾ ਪਲੰਡਰ, ਜਿਹੜਾ ਲਗਾਤਾਰ ਹੋ ਰਿਹਾ, ਕਾਂਗਰਸ ਦੇ ਦੌਰ 'ਚ ਵੀ ਹੋਇਆ, ਉਹ ਅਕਾਲੀਆਂ ਦੇ ਦੌਰ 'ਚ ਵੀ ਹੋਇਆ। ਇੱਕ ਤੇ ਉਸ ਪਲੰਡਰ ਦਾ ਕੋਈ ਠੋਸ ਜਵਾਬ ਕੀ ਹੋ ਸਕਦਾ ਹੈ, ਮੈਨੂੰ ਲੱਗਦਾ ਇਹ ਲੈਫਟ ਕੋਲ ਹੈ। ਲੈਫਟ ਨੂੰ ਇਹਨੂੰ ਆਰਟੀਕੂਲੇਟ ਕਰਨਾ ਪਏਗਾ। ਜਿਹੜੀਆਂ ਨੀਤੀਆਂ ਦੀ ਗੱਲ ਹੈ, ਆਰਥਿਕ ਨੀਤੀਆਂ ਦੀ ਗੱਲ, ਇਹ ਲੈਫਟ ਬੜੇ ਲੰਬੇ ਸਮੇਂ ਤੋਂ ਕਰਦਾ ਰਿਹਾ। ਹੁਣ ਕੀ ਹੋਇਆ, ਆ ਜਿਹੜੇ ਬਿੱਲ ਆਏ ਨੇ ਕਾਨੂੰਨ ਖੇਤੀ ਵਾਲੇ, ਇਹਨਾਂ ਨੇ ਸਾਨੂੰ ਸਾਰਿਆਂ ਨੂੰ ਇਹ ਸੋਚਣ ਤੇ ਮਜਬੂਰ ਕਰਤਾ, ਸਾਰੇ ਬੁੱਧੀਜੀਵੀ ਇਸ ਐਂਗਲ ਤੋਂ ਸੋਚਣ ਲੱਗੇ ਨੇ ਕਿ ਜਿਹੜੇ ਇਹ ਕਾਨੂੰਨ ਨੇ, ਇਹਨਾਂ ਦੀ ਤੋਂ ਬਾਅਦ ਕੀ ਸਿੰਪਲ ਰਿਵਾਈਵਲ ਪੋਸੀਬਲ ਹੈ? ਕੀ ਇਹ ਸੰਭਵ ਹੈ ਕਿ ਅਸੀਂ ਸਿੰਪਲੀ ਕਹੀਏ ਕਿ ਕਾਨੂੰਨ ਅੱਜ ਹੈ ਨੇ, ਕੱਲ ਨਾ ਰਹਿਣ, ਤੇ ਬਾਕੀ ਸਭ ਕੁਝ ਠੀਕ ਆਮ ਵਾਂਗੂ ਹੋ ਜਾਊਗਾ? ਆਮ ਵਾਂਗੂ ਵੀ ਠੀਕ ਨਹੀਂ ਸੀ, ਆਮ ਠੀਕ ਨਹੀਂ ਸੀ, ਆਮ ਨਾਰਮਲ ਵਾਜ਼ ਨਾਟ ਅ ਨਾਰਮਲ। ਸੋ ਇਸ ਕਰਕੇ ਉਹ ਨਾਰਮਲ ਨਾਟ ਅ ਨਾਰਮਲ ਸੀ। ਸੋ ਉਸ ਐਬਨੋਰਮਲ ਕੰਡੀਸ਼ਨ ਤੇ ਇਸ ਐਬਨੋਰਮਲ ਕੰਡੀਸ਼ਨ ਦਾ ਸਿੰਥੇਸਿਸ ਕੀ ਹੋ ਸਕਦਾ ਹੈ? ਕੀ ਕੋਈ ਸਾਂਝੀ ਖੇਤੀ ਵਰਗੀ ਗੱਲ, ਕੀ ਕੋਈ ਲੈਂਡ ਰਿਫਾਰਮਸ, ਬੰਦੋਪਾਧਿਆਏ ਕਮਿਸ਼ਨ ਆਇਆ ਬਿਹਾਰ 2006 ਫਸਲੀ ਚੱਕਰ ਬਾਰੇ ਰਾਜੇਵਾਲ ਹੋਰਾਂ ਦਾ ਵੀ ਬਿਆਨ ਆਇਆ ਉਹਦੇ ਤੇ, ਹਾਂਜੀ, ਕਿ ਸਾਨੂੰ ਸੋਚਣਾ ਪਏਗਾ ਇਸ ਪਾਸੇ। ਸਰਕਾਰਾਂ ਕਹਿ ਰਹੀਆਂ ਨੇ ਬੜੇ ਲੰਬੇ ਸਮੇਂ ਤੋਂ, ਸਰਕਾਰਾਂ ਚੈਂਪੀਅਨ ਬਣ ਜਾਂਦੀਆਂ ਨੇ ਕਿ ਅਸੀਂ ਕਹਿ ਰਹੇ ਹਾਂ ਕਿਸਾਨੀ ਨਹੀਂ ਕਰ ਰਹੀ, ਲੇਕਿਨ ਅਸੀਂ ਕਹਿ ਰਹੇ ਹਾਂ ਤੁਸੀਂ ਕਰਾਓ, ਕਿਸਾਨੀ ਨਹੀਂ ਕਰੇਗੀ। ਨਹੀਂ, ਉਹ ਤਾਂ ਕਿਸਾਨੀ ਤਾਂ ਹੀ ਕਰੇਗੀ ਜਿਸ ਤਰ੍ਹਾਂ ਹਰੀ ਕ੍ਰਾਂਤੀ ਲਿਆਉਣ ਵੇਲੇ ਅਰਬਾਂ ਰੁਪਈਆ ਫੰਡ ਝੋਕਿਆ, ਤੁਸੀਂ ਇਨਫਰਾਸਟ੍ਰਕਚਰ ਤੇ ਇਨਵੈਸਟ ਕੀਤਾ, ਤੁਹਾਨੂੰ ਇੱਥੇ ਵੀ ਇਨਵੈਸਟ ਕਰਨਾ ਪਏਗਾ। ਸੋ ਇਹ ਇਨਵੈਸਟਮੈਂਟ ਦੀ ਕਾਲ ਜਿਹੜੀ ਹੈਗੀ ਹੈ, ਇਹ ਕਿਸੇ ਪਾਲਿਸੀ ਮੈਟਰ ਦੇ ਰੂਪ ਦੇ ਵਿੱਚ ਸਾਡੇ ਮੈਨੀਫੈਸਟੋ 'ਚ ਆਵੇ। ਸੋ ਇਸੇ ਤਰ੍ਹਾਂ ਠੇਕਾ ਵਰਕਰਾਂ ਦਾ, ਤਮਾਮ ਕਿਸਮ ਦੇ ਟੀਚਰਸ, ਪੈਰਾਮੈਡੀਕਲ, ਲਾਈਨਮੈਨ, ਆਂਗਨਵਾੜੀ, ਸਭ ਦਾ, ਸਕੀਮ ਵਰਕਰ, ਠੇਕਾ ਵਰਕਰ, ਸਭ ਦਾ ਸਵਾਲ ਇਹਦੇ 'ਚ ਆਵੇ। ਇਸੇ ਤਰ੍ਹਾਂ ਦਲਿਤਾਂ ਦੇ ਕੁਐਸਚਨਸ ਨੇ ਪੰਜਾਬ 'ਚ। ਦਲਿਤਾਂ ਦਾ ਇੱਕ ਮੇਜਰ ਸਵਾਲ ਜਿਹੜਾ ਹੈਗਾ ਪੰਜਾਬ 'ਚ, ਘਰ ਵਾਸਤੇ ਜਗ੍ਹਾ ਨਹੀਂ ਬਚੀ। ਮਤਲਬ ਬਾਦਲਾਂ ਨੇ 10 ਸਾਲ ਰਾਜ ਕਰ ਲਿਆ ਇਹ ਕਹਿ ਕੇ ਕਿ ਤੁਹਾਨੂੰ 10-10 ਮਰਲੇ ਦੇ ਪਲਾਟ ਦਿਆਗਾ, ਉਹ ਅੱਜ ਤੱਕ ਕਿਸੇ ਨੂੰ ਨਹੀਂ ਮਿਲੇ। ਸੋ ਉਹਦੇ ਪਿੱਛੇ ਅਸੀਂ ਜੇਲ੍ਹਾਂ ਕੱਟੀਆਂ ਨੇ। ਮਾਲਵੇ ਦੇ ਵਿੱਚ 2008-9 ਦੇ ਵਿੱਚ ਜ਼ਬਰਦਸਤ ਅੰਦੋਲਨ ਅਸੀਂ ਚਲਾਇਆ, 40 ਪਿੰਡਾਂ ਦੇ ਵਿੱਚ ਅਸੀਂ ਮਜ਼ਦੂਰਾਂ ਦੇ ਕਬਜ਼ੇ ਕਰਾਤੇ ਸੀ, 1/3 ਜ਼ਮੀਨ ਦੇ ਉੱਤੇ, ਜਿਹੜੀ ਪੰਚਾਇਤੀ ਜ਼ਮੀਨ ਦੇ ਉੱਤੇ। ਸੋ ਉਸ ਤੋਂ ਬਾਅਦ ਅਸੀਂ ਜੇਲ੍ਹਾਂ 'ਚ ਰਹੇ 3-3 ਮਹੀਨੇ। ਉਹ ਅੱਜ ਵੀ ਸਿਰੇ ਚੜਿਆ ਏਜੰਡਾ ਨਹੀਂ, ਉਹ ਅੱਜ ਵੀ ਉਹਨੂੰ ਕਿਤੇ ਪੋਲਿਟਿਕਸ ਦੇ ਵਿੱਚ ਜਗ੍ਹਾ ਦੇਣੀ ਪਏਗੀ। ਸੋ ਇਹ ਸਾਰੇ ਏਜੰਡਿਆਂ ਦੇ ਉੱਤੇ ਪੋਲਿਟਿਕਸ ਸ਼ੇਪ ਹੋਵੇ ਤੇ ਜਿਹੜੇ ਲੋਕ ਇਸ ਪੋਲਿਟਿਕਸ ਦੇ ਵਿੱਚ ਸ਼ਾਮਲ ਹੋਣ, ਉਹਨਾਂ ਸਾਰਿਆਂ ਦਾ ਗਠਬੰਧਨ ਬਣੇ। ਇਹ ਮੈਨੂੰ ਲੱਗਦਾ ਜ਼ਰੂਰੀ ਚੀਜ਼ ਹੈ। ਇਹਦੇ 'ਚ ਇੱਕ ਚੀਜ਼ ਜਿਹੜੀ ਜੋੜਦੀ ਹੈ, ਜਿਹੜੇ ਹੁਣ ਹੋਇਆ ਬੀਜੇਪੀ ਦੇ ਆਉਣ ਦੇ ਨਾਲ, ਇਹ ਤਾਂ ਕਿਉਂਕਿ ਅਰਥ ਵਿਵਸਥਾ ਦਾ ਸਵਾਲ ਕੋਈ ਕਹੇਗਾ ਬੀਜੇਪੀ ਨੇ ਨਹੀਂ ਲਿਆਂਦਾ, ਪਹਿਲਾਂ ਤੋਂ ਚੱਲ ਰਿਹਾ ਹੈ,
ਲੇਕਿਨ ਇੱਕ ਜੋ ਬੀਜੇਪੀ ਦੇ ਆਉਣ ਦੇ ਨਾਲ ਬਹੁਤ ਤੇਜ਼ੀ ਨਾਲ ਹੋਇਆ ਉਹ ਹੈ ਜਿਹੜਾ ਸਾਡੇ ਫੈਡਰਲ ਸਟਰਕਚਰ ਤੇ ਹਮਲਾ ਬਿਲਕੁਲ ਸਾਰੇ ਸੂਬਿਆਂ ਦੇ GST ਦੇ ਰਾਹੀਂ ਅਧਿਕਾਰ ਖੋਏ, ਹੁਣ ਆ ਕਾਨੂੰਨਾਂ ਦੇ ਰਾਹੀਂ ਅਧਿਕਾਰ ਖੋਏ, ਲੇਬਰ ਲਾਅ ਦੇ ਰਾਹੀਂ ਅਧਿਕਾਰ ਖੋਏ। ਸੋ ਹਰ ਤਰੀਕੇ ਨਾਲ ਸੈਂਟਰ ਜਿਹੜੀ ਆ ਉਹ ਮਤਲਬ ਸਾਹ ਕੱਢ ਰਹੀ ਹੈ। ਸੋ ਰਾਜਾਂ ਦੇ ਵੱਧ ਅਧਿਕਾਰਾਂ ਦਾ ਸਵਾਲ ਉਹ ਏਜੰਡੇ ਤੇ ਲਿਆਉਣਾ ਪਏਗਾ, ਲੇਕਿਨ ਇਸ ਵੱਧ ਅਧਿਕਾਰਾਂ ਦੇ ਸਵਾਲ ਨੂੰ ਕੁਝ ਲੋਕ ਸਿੱਖਾਂ ਦਾ ਸਵਾਲ ਬਣਾਉਣ ਦੀ ਕੋਸ਼ਿਸ਼ ਕਰਦੇ ਨੇ। ਸਾਨੂੰ ਉਸ ਦੇ ਉੱਤੇ ਵੀ ਪਹਿਰਾ ਦੇਣਾ ਪਏਗਾ ਤੇ ਮੈਂ ਕਹਿਣਾ ਚਾਹੁੰਦਾ ਇਸ ਤੇ ਸਭ ਤੋਂ ਬੈਲੈਂਸਡ ਨੈਰੇਟਿਵ ਜੇ ਕੋਈ ਦੇ ਸਕਦਾ ਹੈ ਤਾਂ ਉਹ ਲੈਫਟ ਦੇ ਸਕਦਾ, ਜਿਸ ਦੇ ਉੱਤੇ ਮੈਜੋਰਿਟੀ ਸਿੱਖ ਵਸੋਂ ਵੀ ਸਹਿਮਤ ਹੋਏਗੀ ਸਾਡੇ ਨਾਲ, ਕਿਉਂਕਿ ਰਾਜਾਂ ਦੇ ਅਧਿਕਾਰ ਤਾਂ ਸਭ ਨੂੰ ਚਾਹੀਦੇ ਨੇ। ਹਾਂ ਕਮਲਜੀਤ ਜੀ, ਮੈਂ ਚਲਦੇ ਆਪਣੇ ਆਖਰੀ ਉਹਦੇ ਵਿੱਚ ਇਹ ਸਵਾਲ ਕਰ ਰਹੀ ਹਾਂ ਕਿ ਲੈਫਟ ਦਾ ਨਾ ਅਕਸ ਇਸ ਤਰ੍ਹਾਂ ਦਾ ਬਣ ਗਿਆ ਪੰਜਾਬ 'ਚ ਕਿ ਇਹ ਧਰਮ ਵਿਰੋਧੀ ਹੈ ਜਾਂ ਸਿੱਖ ਵਿਰੋਧੀ ਹੈ। ਇਹ ਆਮ ਇੱਕ ਧਾਰਨਾ ਜੀ ਲੋਕਾਂ ਦਾ ਜੋ ਜਿਵੇਂ ਮਹਿਸੂਸ ਕਰਦੇ ਨੇ, ਤੇ ਇਹ ਤੋੜ ਕੇ ਸਟੀਕ ਸ਼ਬਦਾਂ 'ਚ ਦੱਸੋ ਸਾਨੂੰ ਸੰਖੇਪ ਦੇਖੋ ਸਾਡਾ ਇਸ ਵੇਲੇ ਕਿਹੜੀ ਪੋਜੀਸ਼ਨ ਚੱਲ ਰਹੀ, ਕਿਉਂਕਿ ਤੁਸੀਂ ਖੱਬੀ ਧਿਰ ਨੂੰ ਰਿਪਰੈਜ਼ੈਂਟ ਕਰਦੇ ਹੋ, ਉਹਨਾਂ ਨਾਲ ਬਿਲੋਂਗ ਕਰਦੇ ਹੋ, ਸੋ ਇਹ ਤੁਸੀਂ ਆਪਣੀ ਪਾਰਟੀ ਨੂੰ ਕੀ ਸੰਦੇਸ਼ ਦਿੰਦੇ ਹੋ? ਇੱਕ ਗੱਲ ਇਹ ਕਿ ਇਹ ਸ਼ਬਦ ਇਹ ਲਾਈਨ ਗਲਤ ਹੈ, ਮਤਲਬ ਮੈਂ ਹੁਣ ਥੋੜਾ ਵਕੀਲੀ ਭਾਸ਼ਾ 'ਚ ਆ ਜਾਵਾਂਗਾ ਕਿ ਇਹ ਕਹਿਣਾ ਗਲਤ ਹੋਏਗਾ ਕਿ ਅਸੀਂ ਧਰਮ ਦੇ ਵਿਰੋਧੀ ਆ। ਇਹ ਕਹਿਣਾ ਬਿਲਕੁਲ ਗਲਤ ਹੈ। ਉਹ ਇਸ ਕਰਕੇ ਗਲਤ ਹੈ ਕਿ ਸਾਡੀ ਪੋਜੀਸ਼ਨ ਕੁਝ ਹੋਰ ਹੈ। ਸਾਡੀ ਪੋਜੀਸ਼ਨ ਤੇ ਉੱਤੇ ਜਦੋਂ ਮੈਂ ਹੁਣ ਬੋਲਾਂਗਾ ਸਾਰੇ ਧਾਰਮਿਕ ਲੋਕ ਵੀ ਐਗਰੀ ਕਰਨਗੇ। ਸਾਡੀ ਪੋਜੀਸ਼ਨ ਇਹ ਹੈ, ਧਰਮ ਤੇ ਸਿਆਸਤ ਨੂੰ ਰਲਗੱਡ ਨਹੀਂ ਕਰਨਾ ਚਾਹੀਦਾ। ਸਾਡੀ ਪੋਜੀਸ਼ਨ ਇਹ ਹੈ ਕਿ ਸਿਆਸਤ ਦੇ ਵਿੱਚ ਧਰਮ ਨਹੀਂ ਤੇ ਧਰਮ ਦੇ ਵਿੱਚ ਸਿਆਸਤ ਨਹੀਂ। ਪੰਜਾਬ ਦੇ ਵਿੱਚ ਕੁਝ ਲੋਕ ਲੰਬੇ ਸਮੇਂ ਤੋਂ ਇਹੀ ਦੋਨੋਂ ਕੰਮ ਕਰ ਰਹੇ ਨੇ। ਉਹ ਧਰਮ ਦੇ ਵਿੱਚ ਸਿਆਸਤ ਕਰਦੇ ਨੇ ਤੇ ਸਿਆਸਤ ਦੇ ਵਿੱਚ ਧਰਮ ਕਰਦੇ ਨੇ। ਅਸੀਂ ਕਮਿਊਨਿਸਟ ਬਹੁਤ ਸਖਤ ਸਟੈਂਡ ਲੈਣਾ ਚਾਹੁੰਦੇ ਹਾਂ ਕਿ ਧਰਮ ਬਿਲਕੁਲ ਸਾਡੇ ਦਿਲਾਂ ਦੇ ਅੰਦਰ ਦਾ ਮਾਮਲਾ ਹੈ ਤੇ ਸਿਆਸਤ ਸਾਡੇ ਘਰਾਂ ਤੋਂ ਬਾਹਰ ਦਾ ਮਾਮਲਾ ਹੈ। ਇਹ ਦੋਨੋਂ ਚੀਜ਼ਾਂ ਦੇ ਵਿੱਚ ਪ੍ਰੋਪਰ ਜਗ੍ਹਾ ਦੇਣੀ, ਇਹਨਾਂ ਦੇ ਵਿੱਚ ਇੱਕ ਮਾਰਜਨ ਖਿੱਚਣਾ, ਇਹ ਬਹੁਤ ਇੰਪੋਰਟੈਂਟ ਹੈ। ਜੇ ਨਹੀਂ ਕਰਾਂਗੇ ਤਾਂ ਜੋ ਹਾਲ ਅੱਜ ਬੀਜੇਪੀ ਕਰ ਰਹੀ ਹੈ ਕੀ ਹੈ? ਇਹ ਧਰਮ ਤੇ ਸਿਆਸਤ ਦਾ ਮੇਲ ਹੀ ਤਾਂ ਹੈ ਜਿਸ ਦੇ ਥੱਲੇ ਅਸੀਂ ਪਿਸ ਰਹੇ ਹਾਂ। ਉਹ ਤੁਸੀਂ ਇਸੇ ਧਰਮ ਦੇ ਵਿੱਚ ਹਿੰਦੂ ਧਰਮ ਲਾ ਦਿਓ ਸਿਆਸਤ ਦੇ ਵਿੱਚ ਤਾਂ ਉਹ ਬੀਜੇਪੀ ਬਣ ਜਾਂਦੀ ਹੈ। ਤੁਸੀਂ ਸਿਆਸਤ ਦੇ ਵਿੱਚ ਸਿੱਖ ਧਰਮ ਲਾ ਦਿਓ ਤੇ ਖਾਲਿਸਤਾਨੀ ਸਿਆਸਤ ਬਣ ਜਾਏਗੀ। ਸੋ ਦੋਨੋਂ ਸਿਆਸਤਾਂ ਜਿਹੜੀਆਂ ਨੇ ਉਹ ਧਰਮ ਤੇ ਸਿਆਸਤ ਦਾ ਆਪਸੀ ਮੇਲ ਹੈ। ਸਾਨੂੰ ਕਰਨਾ ਇਹ ਪਏਗਾ ਸੂਬੇ ਦੇ ਅਧਿਕਾਰ। ਜੇ ਕੌਮੀਅਤ ਦਾ ਸਵਾਲ ਹੈ ਤਾਂ ਕੌਮ ਦਾ ਸਵਾਲ, ਕੌਮ ਧਰਮ ਨਹੀਂ ਹੈ, ਕੌਮ ਦੇ ਅੰਦਰ ਧਰਮ ਨੇ। ਸੋ ਕੌਮੀਅਤ ਦਾ ਸਵਾਲ ਜਿਹੜਾ ਹੈਗਾ ਉਹਦੇ ਵਿੱਚ ਨੋ ਡਾਊਟ ਸਿੱਖ ਇੱਕ ਘੱਟ ਗਿਣਤੀ ਹੈ, ਪੂਰੇ ਦੇਸ਼ ਦੇ ਅੰਦਰ ਇਹ ਘੱਟ ਗਿਣਤੀ ਹੈ ਤੇ ਪੰਜਾਬ ਦੇ ਵਿੱਚ ਇਹ ਇੱਕ ਵੱਧ ਗਿਣਤੀ ਹੈ। ਸੋ ਪੰਜਾਬ ਦੇ ਅੰਦਰ ਸਿੱਖਾਂ ਨੂੰ ਆਪਣੇ ਧਰਮ ਨੂੰ ਮੰਨਣ ਦੀ ਆਜ਼ਾਦੀ ਹੋਵੇ, ਉਹਦੇ ਉੱਤੇ ਕੋਈ ਕਿਸੇ ਕਿਸਮ ਦੀ ਰੋਕ ਨਾ ਹੋਵੇ। ਅਸੀਂ 100% ਇਸ ਗੱਲ ਦੇ ਉੱਤੇ ਪਹਿਰਾ ਦੇਣ ਲਈ ਤਿਆਰ ਹਾਂ। ਸਿੱਖਾਂ ਦੇ ਜਿਹੜੇ ਧਾਰਮਿਕ ਸਥਾਨ ਨੇ ਉਹਨਾਂ ਦੇ ਉੱਤੇ ਸਾਰੀ ਸਿੱਖ ਵਸੋਂ ਦਾ ਸਾਂਝਾ ਕੰਟਰੋਲ ਬਿਨਾਂ ਕਿਸੇ ਸਿਆਸਤ ਤੋਂ। ਖਾਸ ਤੌਰ ਤੇ ਮੈਂ ਇਹ ਕਹਾਂਗਾ, ਰੌਲਾ ਸਿਰਫ ਇਹ ਨਹੀਂ ਕਿ ਉਹਨਾਂ ਨੂੰ ਸਾਂਝਾ ਕੰਟਰੋਲ ਨਹੀਂ ਦਿੱਤਾ ਗਿਆ, ਸਾਂਝਾ ਕੰਟਰੋਲ ਬੜੇ ਲੰਬੇ ਸਮੇਂ ਤੋਂ ਮਿਲਿਆ ਹੋਇਆ, ਚੋਣਾਂ ਹੁੰਦੀਆਂ ਨੇ ਬਕਾਇਦਾ, ਲੇਕਿਨ ਉਸ ਚੋਣ ਨੂੰ ਕਿਵੇਂ ਸਿਆਸਤ ਨੇ ਕਬਜ਼ਾ ਕੀਤਾ ਹੋਇਆ ਤੇ ਉਹ ਕਿਹਨੇ ਨੇ? ਉਹ ਉਹੀ ਨੇ ਜਿਹੜੇ ਸਿੱਖਾਂ ਦੇ ਵਾਸਤੇ ਸਿਆਸਤ ਕਰਦੇ ਨੇ। ਸੋ ਸਿੱਖਾਂ ਨੂੰ ਇਹ ਗੱਲ ਸਮਝਣੀ ਪੈਣੀ ਹੈ ਕਿ ਸਾਡੀ ਸਿਆਸਤ ਤੇ ਸਾਡਾ ਧਰਮ ਇਹ ਦੋ ਅਲੱਗ-ਅਲੱਗ ਚੀਜ਼ਾਂ ਨੇ। ਧਰਮ ਇੱਕ ਪਾਕ ਚੀਜ਼ ਹੁੰਦੀ ਹੈ, ਧਰਮ ਸਾਨੂੰ ਸਾਡੇ ਮਾਨਸਿਕਤਾ ਦਾ ਇੱਕ ਪਾਰਟ ਜਿਉਣ ਜਾਂਚ ਹੈ, ਤੁਹਾਡੀ ਜਿਉਣ ਜਾਂਚ ਹੈ। ਤੇ ਜਿਹੜੀ ਸਾਡੀ ਸਿਆਸਤ ਹੈ ਉਹ ਸਾਡਾ ਸਾਰਿਆਂ ਦਾ ਰਲ ਕੇ ਬੈਠਣਾ, ਇੱਕ ਕੌਮੀਅਤ ਦੇ ਤੌਰ ਤੇ ਆਪਣੇ ਇਸ ਮੁਲਕ ਦੇ ਅੰਦਰ ਆਪਣੀ ਥਾਂ ਲੱਭਣਾ, ਇਹ ਇੱਕ ਅਲੱਗ ਮਸਲਾ ਹੈ। ਸਾਡੇ ਮਜ਼ਦੂਰਾਂ ਦਾ ਕੀ ਹੋਵੇ, ਕਿਸਾਨਾਂ ਦਾ ਕੀ ਹੋਵੇ, ਖੇਤ ਮਜ਼ਦੂਰਾਂ ਦਾ ਕੀ ਹੋਵੇ, ਦਲਿਤਾਂ ਦਾ ਕੀ ਹੋਵੇ, ਇਹ ਸਾਰੀਆਂ ਗੱਲਾਂ, ਸਾਡੀ ਪੜ੍ਹਾਈ ਦਾ ਕੀ ਹੋਵੇ, ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਸਿਆਸਤ ਦੇ ਵਿਚਾਰਨ ਦੀਆਂ ਗੱਲਾਂ। ਤੁਹਾਨੂੰ ਗਵਰਨੈਂਸ ਸਰਕਾਰ ਨੇ ਇਹ ਮੁਹੱਈਆ ਕਰਾਉਣੀਆਂ ਨੇ ਸਹੂਲਤਾਂ ਸਾਰੀਆਂ। ਬਿਲਕੁਲ। ਤੇ ਅਸੀਂ ਅਲਟੀਮੇਟਲੀ ਅਸੀਂ ਮਨੁੱਖਾਂ ਤੇ ਇੱਕ ਸੁਸਾਇਟੀ ਵਜੋਂ ਅਸੀਂ ਇਵੋਲਵ ਹੋਣਾ ਹੈ। ਸੋ ਕਮਲਜੀਤ ਜੀ, ਤੁਸੀਂ ਬਿਹਾਰ ਚੋਣਾਂ ਦੇ ਬਹਾਨੇ, ਬਿਹਾਰ ਚੋਣਾਂ ਦੇ ਨਤੀਜਿਆਂ ਦੇ ਬਹਾਨੇ ਕਈ ਕੁਝ ਸਾਡੇ ਟੀਵੀ ਪੰਜਾਬ ਦੇ ਦਰਸ਼ਕਾਂ ਦੇ ਸਨਮੁਖ ਕੀਤਾ। ਚਰਚਾ ਵਧੀਆ ਰਹੀ ਤੇ ਅਸੀਂ ਅੱਗੇ ਤੋਂ ਵੀ ਤੁਹਾਡੇ ਨਾਲ ਗੱਲਬਾਤ ਦਾ ਸਿਲਸਿਲਾ ਜਾਰੀ ਰੱਖਾਂਗੇ। ਤੇ ਹਾਲ ਦੀ ਘੜੀ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।